ਸੋ ਵੈਲਕਮ ਬੈਕ ਐਂਡ ਗੁੱਡ ਮਾਰਨਿੰਗ ਟੂ ਆਲ ਆਫ ਯੂ। ਤੇ ਆਪਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ। ਜਿਹੜੇ ਸਾਨੂੰ ਜੁਆਇਨ ਕਰੂਗੇ ਫਿਰ ਆਪਾਂ ਉਹਨਾਂ ਨੂੰ ਜਿਹੜਾ ਆ ਸੈਸ਼ਨ ਦੇ ਵਿੱਚ ਐਂਟਰ ਕਰਵਾਵਾਂਗੇ। ਸੋ ਤਦ ਤੱਕ ਲਈ ਵੈਲਕਮ ਬੈਕ ਟੂ ਦ ਚੈਨਲ ਐਂਡ ਵੈਲਕਮ ਬੈਕ ਟੂ ਦ ਜ਼ੂਮ ਵੈਬਿਨਾਰ। ਤੇ ਹਮੇਸ਼ਾ ਦੀ ਤਰ੍ਹਾਂ ਮੈਂ ਡਾਈਟੀਸ਼ੀਅਨ ਚੇਤਨਾ, ਡਾਈਟੀਸ਼ੀਅਨ ਐਂਡ ਨਿਊਟ੍ਰੀਸ਼ਨਿਸਟ। ਤੇ ਅੱਜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜਾ ਟੌਪਿਕ ਲੈ ਕੇ ਆਈ ਹਾਂ। ਲਾਸਟ ਟਾਈਮ ਜਿਹੜਾ ਸੀਗਾ ਤੁਹਾਨੂੰ ਕੁਝ ਪਰਹੇਜ਼ ਦੱਸੇ ਸੀਗੇ ਕਿ ਨੈਚੁਰੋਪੈਥੀ ਦੇ ਪ੍ਰੋਸੈਸ ਵਾਸਤੇ ਉਹਦੇ ਵਿੱਚ ਕੁਦਰਤੀ ਢੰਗ ਨੂੰ ਅਪਣਾਉਣ ਵਾਸਤੇ ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ, ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਆ। ਲੇਕਿਨ ਅੱਜ ਦਾ ਜਿਹੜਾ ਸੈਸ਼ਨ ਆ ਹੈ ਉਹ ਵੀ ਪਰਹੇਜ਼ ਤੇ ਕੁਝ ਚੀਜ਼ਾਂ ਇਦਾਂ ਦੀਆਂ ਗਾਈਡਲਾਈਨਸ ਤੇ ਜਿਹੜੀਆਂ ਕਿ ਡਾਕਟਰ ਖਾਦਰ ਵਲੀ ਵੱਲੋਂ ਜਿਹੜੀਆਂ ਸਾਨੂੰ ਗਾਈਡੈਂਸ ਜਿਹੜੀ ਆ ਉਹ ਦਿੱਤੀ ਗਈ ਆ, ਸਲਾਹ ਦਿੱਤੀ ਗਈ ਆ ਉਹਨੂੰ ਅਪਣਾਉਣ ਦੀ, ਕਿ ਜਿਹੜੀਆਂ ਆਪਾਂ ਨੈਚੁਰੋਪੈਥੀ ਦੇ ਪ੍ਰੋਸੈਸਿਸ ਅਪਣਾ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਕੁਦਰਤੀ ਢੰਗ ਨੂੰ ਲੈ ਕੇ ਆ ਰਹੇ ਹਾਂ। ਤੇ ਉਹਦੇ ਵਿੱਚ ਜਿਹੜਾ ਸਾਡੀ ਜਿਹੜੀਆਂ ਗਾਈਡਲਾਈਨਸ ਹੈਗੀਆਂ, ਜਿਹੜੀ ਸਲਾਹ ਆ ਉਹ ਵੱਧ ਤੋਂ ਵੱਧ ਜਿਹੜੇ ਉਹਨਾਂ ਦੇ ਰਿਸਰਚਸ ਹੈਗੀਆਂ ਆ, ਜਿਨ੍ਹਾਂ ਨੂੰ ਆਪਾਂ ਕਹਿੰਦੇ ਉਹਨਾਂ ਨੇ ਖੋਜ ਕੀਤੀ ਹੈਗੀ ਆ ਇਹਨਾਂ ਤੇ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਆ ਸਾਨੂੰ ਉਹਨਾਂ ਨਾਲ ਜਿਹੜਾ ਰਿਲੇਟਿਡ, ਕਿ ਆਪਾਂ ਇਹਨਾਂ ਚੀਜ਼ਾਂ ਤੇ ਪਰਹੇਜ਼ ਕਰਾਂਗੇ ਤਾਂ ਕੁਦਰਤ ਜਿਹੜੀ ਆ ਉਹ ਸਾਡੇ ਬਾਡੀ ਦੇ ਅੰਦਰ, ਸਾਡੇ ਸਰੀਰ ਦੇ ਅੰਦਰ ਜਿਹੜੀ ਆ ਉਹਨੂੰ ਟੌਕਸਿਨ ਫ੍ਰੀ ਕਰੂਗੀ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈਗੀ ਆ ਕਿ ਆਪਣਾ ਜਿਹੜਾ ਪਲਾਨ ਆ ਜਾਂ ਜਿਹੜੇ ਸ਼ਡਿਊਲਸ ਹੈਗੇ ਆ ਰੈਗੂਲਰ, ਜਿਨ੍ਹਾਂ 'ਚ ਸਾਡੇ ਬਹੁਤ ਜ਼ਿਆਦਾ ਮਿਸਮੈਨੇਜਮੈਂਟ ਹੋ ਜਾਂਦੀ ਆ, ਤੇ ਇਹਨਾਂ ਦੇ ਵਿੱਚ ਕੀ ਕਰਨਾ ਹੈਗਾ, ਕੁਝ ਛੋਟੇ ਜਿਹੜੇ ਟਿਪਸ ਅਪਣਾਉਣੇ ਆ, ਜਿਹਦੇ ਨਾਲ ਜਿਹੜੇ ਆ ਕਿ ਤੁਹਾਡੇ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹਨਾਂ ਤੋਂ ਤੁਸੀਂ ਮੁਕਤ ਹੋ ਸਕਦੇ ਆ। ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀਗਾ। ਸੋ ਲੈਟਸ ਸਟਾਰਟ। ਅੱਜ ਦਾ ਸਾਡਾ ਟੌਪਿਕ ਹੈਗਾ ਆ 16 ਡੇਲੀ ਟ੍ਰਿਕਸ, ਮਤਲਬ ਕਿ 16 ਦਿਨ ਦੀਆਂ ਰੂਟੀਨ ਦੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਡਾਕਟਰ ਖਾਦਰ ਵਲੀ ਵੱਲੋਂ ਜਿਹੜੀਆਂ ਸਾਡੇ ਲਾਈਫ ਸਟਾਈਲ ਦੀ ਮੋਡੀਫਾਈ ਕਰਨ ਦੇ ਵਿੱਚ ਸਹਾਇਕ ਆ, ਉਹ ਕਿਹੜੀਆਂ ਆ। ਸੋ ਲੈਟਸ ਸਟਾਰਟ। ਫਸਟ ਇਹਦੇ ਵਿੱਚ ਇਹ ਆ ਜਾਂਦਾ ਹੈਗਾ ਕਿ ਰਾਤ ਦੇ ਖਾਣੇ, ਜਿਹੜਾ ਅਸੀਂ ਰਾਤ ਦਾ ਖਾਣੇ ਦਾ ਸਮਾਂ ਆ ਤੇ ਸਵੇਰ ਦੇ ਖਾਣੇ ਦਾ ਸਮਾਂ ਆ, ਡਾਕਟਰ ਖਾਦਰ ਵਲੀ ਦੇ ਅਨੁਸਾਰ ਜਿਹੜਾ ਉਹਦੇ ਵਿੱਚ ਘੱਟੋ ਘੱਟ ਜਿਹੜਾ 12 ਘੰਟੇ ਦਾ ਵਕਵਾ ਹੋਣਾ ਚਾਹੀਦਾ, 12 ਘੰਟੇ ਦਾ ਸਮਾਂ ਜਿਹੜਾ ਆ ਜਾਂ ਗੈਪ ਜਿਹੜਾ ਆ ਉਹ ਹੋਣਾ ਚਾਹੀਦਾ ਆ। ਸੋ ਇਹ ਸਭ ਤੋਂ ਵੱਡਾ ਤੇ ਬਹੁਤ ਇੰਪੋਰਟੈਂਟ ਪੁਆਇੰਟ ਆ ਜਿਹੜਾ ਆਪਾਂ ਸਭ ਤੋਂ ਫਸਟ ਡਿਸਕਸ ਕੀਤਾ ਆ, ਕਿ 12 ਘੰਟੇ ਦਾ ਜਿਹੜਾ ਗੈਪ ਆ ਉਹ ਜ਼ਰੂਰ ਰੱਖਣਾ ਆ ਫॉर ਅ ਹੈਲਦੀ ਲਾਈਫਸਟਾਈਲ ਮੋਡੀਫਿਕੇਸ਼ਨ। ਸੋ ਸੈਕੰਡ ਪੁਆਇੰਟ ਇਜ਼ ਕਿ ਜਾਨਵਰਾਂ ਤੋਂ ਆਇਆ ਖਾਣਾ, ਯਾਨੀ ਕਿ ਜਿਹਦੇ ਵਿੱਚ ਮੀਟ, ਮੱਛੀ, ਆਂਡਾ, ਦੁੱਧ, ਇਹ ਚੀਜ਼ਾਂ ਜਿਹੜੀਆਂ ਕਿ ਜਾਨਵਰਾਂ ਵੱਲੋਂ ਆਉਂਦੀਆਂ ਆ ਅਕੋਰਡਿੰਗ ਟੂ ਡਾਕਟਰ ਖਾਦਰ ਵਲੀ। ਅੱਜ ਦੀ ਰਿਸਰਚ ਜਿਹੜੀ ਇਹਨਾਂ ਦੀ ਸਟੱਡੀ ਆ, ਮੈਂ ਉਹਦੇ ਤੇ ਡਿਸਕਸ ਕਰ ਰਹੀ ਹਾਂ ਕਿ ਜਾਨਵਰਾਂ ਵੱਲੋਂ ਆਇਆ ਕੋਈ ਵੀ ਖਾਣਾ, ਯਾਨੀ ਕਿ ਜਿਹਨੂੰ ਆਪਾਂ ਨਾਨ ਵੈਜ ਵੀ ਕਹਿ ਦਿੰਦੇ ਆ, ਔਰ ਜਿਹੜੀਆਂ ਡੇਰੀ ਪ੍ਰੋਡਕਟਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਾਡਾ ਦੁੱਧ ਆ ਜਾਂਦਾ ਹੈਗਾ, ਫਿਰ ਅੰਡਾ ਆ ਗਿਆ, ਮੀਟ ਆ ਗਈ, ਮੱਛੀ ਆ ਗਈ, ਇਹ ਚੀਜ਼ਾਂ ਜਿਹੜੀਆਂ ਆ ਉਹ ਨਹੀਂ ਖਾਣੀਆਂ ਬਿਲਕੁਲ। ਸੈਕਿੰਡ ਪੁਆਇੰਟ। ਦ ਥਰਡ ਵਨ ਇਜ਼ ਦੁੱਧ ਜਾਂ ਦੁੱਧ ਵਾਲੀ ਚਾਹ ਜਾਂ ਦੁੱਧ ਦੀਆਂ ਮਿਠਾਈਆਂ ਤੇ ਪਨੀਰ। ਅਕੋਰਡਿੰਗ ਟੂ ਖਾਦਰ ਵਲੀ ਜੀ, ਡੇਰੀ ਪ੍ਰੋਡਕਟਸ ਆਲਰੇਡੀ ਆਈ ਟੋਲਡ ਯੂ ਕਿ ਪਨੀਰ, ਦੁੱਧ ਨਾਲ ਬਣੀਆਂ ਮਿਠਾਈਆਂ, ਦੁੱਧ, ਚਾਹ, ਇਹ ਚੀਜ਼ਾਂ ਜਿਹੜੀਆਂ ਆ ਇਹ ਨਹੀਂ ਪੀਣੀਆਂ ਹੈਗੀਆਂ। ਸੋ ਨਾਓ ਵੀ ਡਿਸਕਸ ਦਾ ਫੋਰਥ ਪੁਆਇੰਟ, ਜਿਹੜਾ ਕੀ ਹੈ ਜੇਕਰ ਦੁੱਧ ਦੀ ਸ਼ੁੱਧਤਾ ਯਕੀਨੀ ਹੋਵੇ ਤਾਂ ਘਿਓ, ਮੱਖਣ, ਦਹੀਂ, ਲੱਸੀ ਇਹ ਜਿਹੜੀ ਆ ਸੀਮਿਤ ਮਾਤਰਾ 'ਚ ਤੁਸੀਂ ਲੈ ਸਕਦੇ ਆ। ਯਾਨੀ ਕਿ ਡਾਕਟਰ ਖਾਦਰ ਵਲੀ ਦੇ ਅਨੁਸਾਰ ਜੇ ਤੁਹਾਨੂੰ ਇਸ ਚੀਜ਼ ਤੇ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜਾ ਗਾਂ ਜਾਂ ਮੱਝ ਦਾ ਦੁੱਧ ਸਾਡੇ ਘਰ ਦੇ ਵਿੱਚ ਆ ਰਿਹਾ ਹੈਗਾ ਆ, ਉਹਦੀ ਸ਼ੁੱਧਤਾ, ਉਹਦੀ ਪਿਓਰਿਟੀ ਤੇ ਸਾਨੂੰ ਪ੍ਰੋਪਰ ਯਕੀਨ ਆ ਕਿ ਹਾਂ ਇਹਨਾਂ ਨੂੰ ਕਿਹੜੀ ਚੀਜ਼ ਜਿਹੜੀ ਆ ਉਹ ਖਿਲਾਈ ਜਾ ਰਹੀ ਆ ਜਾਂ ਕਿਸ ਤਰੀਕੇ ਦੇ ਇੰਜੈਕਸ਼ਨ ਦਿੱਤੇ ਜਾ ਰਹੇ ਆ, ਅਗਰ ਤੁਹਾਨੂੰ ਉਹਦੀ ਪਿਓਰਿਟੀ ਤੇ ਪ੍ਰੋਪਰ ਜਿਹੜਾ ਯਕੀਨ ਹੈਗਾ ਆ, ਤੇ ਤੁਸੀਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਯਕੀਨੀ ਤੌਰ ਤੇ, ਜਿਹਦੇ ਵਿੱਚ ਦੇਸੀ ਘਿਓ ਆ ਜਾਂਦਾ ਹੈਗਾ, ਦਹੀਂ ਆ ਜਾਂਦਾ ਆ, ਮੱਖਣ ਆ ਜਾਂਦਾ ਆ, ਲੱਸੀ ਆ ਜਾਂਦੀ ਆ, ਫਰਮੈਂਟਿਡ ਜਿਹਨੂੰ ਕਹਿੰਦੇ ਆ, ਫਰਮੈਂਟਿਡ ਉਹ ਚੀਜ਼ ਜਿਹੜੀ ਆ ਉਹ ਖਾ ਸਕਦੇ ਆ। ਫਰਮੈਂਟਿਡ ਦਾ ਮਤਲਬ ਇਹ ਹੁੰਦਾ ਆ ਕਿ ਉਹ ਕੁਝ ਟਾਈਮ ਜਿਹੜੀ ਅਸੀਂ ਉਹ ਚੀਜ਼ਾਂ ਰੱਖੀਆਂ ਹੁੰਦੀਆਂ ਜਿਹਦੇ ਨਾਲ ਉਹਦੇ ਵਿੱਚ ਬਹੁਤ ਜ਼ਿਆਦਾ ਗੁੱਡ ਬੈਕਟੀਰੀਆ ਜਿਹੜਾ ਆ ਜਾਂਦਾ ਹੈਗਾ ਆ, ਉਹ ਅਸੀਂ ਖਾ ਸਕਦੇ ਆ। ਜਿਵੇਂ ਦੁੱਧ ਦਾ, ਦੁੱਧ ਬਿਲਕੁਲ ਮਨਾ ਕੀਤਾ ਆ, ਲੇਕਿਨ ਅਗਰ ਸਾਨੂੰ ਜਿੱਥੋਂ ਆਪਾਂ ਦੁੱਧ ਲੈ ਰਹੇ ਆ, ਠੀਕ ਹੈ, ਉਹਨਾਂ ਦੀ ਪਿਓਰਿਟੀ ਤੇ ਯਕੀਨ ਹੈਗਾ ਕਿ ਉਹ ਕਿਸ ਹਿਸਾਬ ਨਾਲ ਜਿਹੜੇ ਇਹਦੀ ਪ੍ਰੈਪਰੇਸ਼ਨ ਕਰਦੇ ਆ, ਤਾਂ ਆਪਾਂ ਉਹਦਾ ਦਹੀਂ ਜਿਹੜਾ ਬਣਾ ਕੇ ਖਾ ਸਕਦੇ ਆ, ਦਹੀਂ ਦੀ ਲੱਸੀ, ਮੱਖਣ ਜਿਹੜਾ ਵਾਈਟ ਬਟਰ ਆ, ਮੈਂ ਆਲਰੇਡੀ ਕਈ ਸੈਸ਼ਨਸ 'ਚ ਦੱਸਿਆ ਕਿ ਵਾਈਟ ਬਟਰ ਇਜ਼ ਵੈਰੀ ਗੁੱਡ ਫॉर योर ਹੈਲਥ। ਸੋ ਜਿਹੜਾ ਵਾਈਟ ਬਟਰ ਆ ਉਹ ਤੁਸੀਂ ਖਾ ਸਕਦੇ। ਫਿਰ ਇਹਦੇ ਵਿੱਚ ਆ ਜਾਂਦਾ ਹੈਗਾ ਆ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਮਿਊਟ ਨਹੀਂ ਕੀਤਾ ਪਲੀਜ਼ ਉਹ ਮਿਊਟ ਕਰ ਲੈਣ।
ਸੋ ਜਿਹੜਾ ਇਹਦੇ ਵਿੱਚ ਜਿਹੜਾ ਵਾਈਟ ਬਟਰ ਆ ਉਹ ਤੁਸੀਂ ਲੈ ਸਕਦੇ ਆ, ਠੀਕ ਹੈ, ਮੱਖਣ ਲੈ ਸਕਦੇ ਆ, ਦਹੀਂ ਲੈ ਸਕਦੇ ਆ ਜਿਹੜਾ ਦੁੱਧ ਨੂੰ ਫਰਮੈਂਟ ਕਰਕੇ ਬਣਾਇਆ ਜਾਂਦਾ ਆ, ਫਿਰ ਇਹਦੇ ਵਿੱਚ ਲੱਸੀ ਆ ਜਾਂਦੀ ਆ ਜਿਹੜੀ ਦਹੀਂ ਤੋਂ ਬਣੀ ਹੁੰਦੀ ਆ। ਇੱਕ ਚੀਜ਼ ਬਹੁਤ ਧਿਆਨ ਚ ਰੱਖਣੀ ਆ ਕਿ ਜਿਹੜਾ ਦਹੀਂ ਆ, ਜਿਹਨਾਂ ਨੂੰ ਤਾਂ ਪ੍ਰੋਪਰ ਦਹੀਂ ਖਾ ਲੈਂਦੇ ਹੈਗੇ ਆ ਵੈਲ ਐਂਡ ਗੁੱਡ, ਬਟ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ ਉਹ ਦਹੀਂ ਦਾ ਜਿਹੜਾ ਮੱਖਣ ਹੁੰਦਾ ਆ ਉਹ ਸਾਈਡ ਤੇ ਕਰਕੇ ਦਹੀਂ ਦੀ ਜਿਹੜੀ ਲੱਸੀ ਰਹਿ ਜਾਂਦੀ ਆ ਉਹੀ ਪੀਣ ਤਾਂ ਬੈਟਰ ਹੈਗਾ ਆ। ਸੋ 5th ਪੁਆਇੰਟ ਇਜ਼ ਰਿਫਾਈਨਡ ਤੇਲ। ਇਹ ਮੈਂ ਆਲਰੇਡੀ ਲਾਸਟ ਸੈਸ਼ਨ 'ਚ ਵੀ ਡਿਸਕਸ ਕੀਤਾ ਸੀ ਕਿ ਰਿਫਾਈਨਡ ਤੇਲ, ਚਾਹੇ ਉਹ ਸਫੋਲਾ ਆ, ਚਾਹੇ ਉਹ ਰਾਈਸ ਬ੍ਰੈਨ ਹੈ, ਚਾਹੇ ਉਹ ਵਟਐਵਰ ਦ ਬ੍ਰਾਂਡਸ ਆਫ ਦਿਸ ਰਿਫਾਈਨਡ ਆਇਲਸ, ਇਹ ਅਸੀਂ ਜਿਹੜੇ ਆ ਬਿਲਕੁਲ ਵੀ ਨਹੀਂ ਲੈਣੇ ਹੈਗੇ। ਇਹਨਾਂ ਦੀ ਜਗ੍ਹਾ ਤੇ ਜਿਹੜੇ ਤੁਸੀਂ ਕੱਚੀ ਘਾਨੀ ਦੇ ਤੇਲ ਖਾਣੇ ਹੈਗੇ ਆ, ਜਿਹਦੇ ਵਿੱਚ ਕੱਚੀ ਘਾਨੀ ਦਾ ਸਰੋਂ ਦਾ ਤੇਲ ਆ ਜਾਂਦਾ, ਨਾਰੀਅਲ ਦਾ ਤੇਲ ਆ ਜਾਂਦਾ, ਤਿਲਾਂ ਦਾ ਆ ਜਾਂਦਾ, ਮੂੰਗਫਲੀ ਦਾ ਆ ਜਾਂਦਾ, ਕੁਸੁਮ ਦਾ ਆ ਜਾਂਦਾ, ਠੀਕ ਹੈ। ਹੋਰ ਵੀ ਬਹੁਤ ਸਾਰੇ ਇਦਾਂ ਦੇ ਆਇਲਸ ਆ ਜਿਹੜੇ ਕੱਚੀ ਘਾਨੀ ਦੇ, ਲੇਕਿਨ ਦਾ ਬੈਸਟ ਆਇਲ ਜਿਹੜੇ ਆ ਉਹ ਹੈਗਾ ਸਾਡਾ ਕੋਕੋਨਟ ਤੇਲ, ਮੂੰਗਫਲੀ, ਠੀਕ ਹੈ। ਸਰੋਂ ਵੀ ਜਿਹੜੀ ਆ ਉਹ ਵੀ ਐਜ਼ ਡਿਸਕਸ ਵਿਦ ਯਰ ਡਾਈਟੀਸ਼ੀਅਨ ਔਰ ਨਿਊਟ੍ਰੀਸ਼ਨਿਸਟ, ਤੁਸੀਂ ਉਹਨਾਂ ਤੋਂ ਪੁੱਛੋ ਕਿ ਕਿੰਨਾ ਟਾਈਮ ਜਿਹੜੇ ਸਾਨੂੰ ਆਇਲ ਜਿਹੜੇ ਆ ਔਰ ਕਿੱਦਾਂ ਕਿੱਦਾਂ ਕੰਜ਼ਿਊਮ ਕਰਨੇ ਚਾਹੀਦੇ ਆ, ਕਿਉਂਕਿ ਕੋਈ ਵੀ ਆਇਲ ਸਾਨੂੰ ਰੈਗੂਲਰ ਜਿਹੜਾ ਆ ਉਹ ਨਹੀਂ ਖਾਣਾ ਚਾਹੀਦਾ। ਇਹਦੇ ਪਿੱਛੇ ਬਹੁਤ ਵੱਡੀਆਂ ਜਿਹੜੀਆਂ ਰਿਸਰਚਾਂ ਕੀਤੀਆਂ ਗਈਆਂ, ਬਹੁਤ ਵੱਡੀਆਂ ਸਟੱਡੀਜ਼ ਆ, ਜਿਨ੍ਹਾਂ ਨੇ ਬਹੁਤ ਸਾਰੇ ਇਦਾਂ ਦੇ ਡਾਕਟਰ ਵੀ ਹੋਏ ਆ ਜਿਨ੍ਹਾਂ ਨੇ ਆਯੁਰਵੇਦਾ ਤੇ ਸਟੱਡੀ ਕੀਤੀ ਆ। ਮੈਂ ਆਪਣੇ YouTube ਚੈਨਲ ਤੇ ਬਹੁਤ ਸਾਰੇ ਇਦਾਂ ਦੀਆਂ ਸਟੱਡੀਜ਼ ਪਾਈਆਂ ਹੈਗੀਆਂ, ਤੁਸੀਂ ਪਲੀਜ਼ ਉਹਨਾਂ ਨੂੰ ਸੁਣਿਆ ਕਰੋ ਔਰ ਇੱਕ ਸੈਲਫ ਸਟੱਡੀ ਜ਼ਰੂਰ ਕਰਿਆ ਕਰੋ। ਸੋ ਆਵਰ 6 ਪੁਆਇੰਟ ਇਜ਼ ਸਰੋਂ ਦਾ ਤੇਲ ਜਾਂ ਨਾਰੀਅਲ, ਜਿਹਨੂੰ ਖੋਪੇ ਦਾ ਤੇਲ ਕਹਿ ਦਿੰਦੇ ਆ, ਜਾਂ ਤੇਲ ਜਾਂ ਮੂੰਗਫਲੀ ਜਾਂ ਅਲਸੀ ਦਾ ਤੇਲ, ਇਹ ਕੱਚਾ ਜਾਂ ਧੀਮੀ ਅੱਗ ਤੇ ਇੱਕ ਵਾਰ ਗਰਮ ਕੀਤਾ ਖਾਣਾ ਆ। ਉਹਨਾਂ ਦੇ ਮੁਤਾਬਿਕ ਇੱਕ ਵਾਰ ਜਿਹੜੀ ਧੀਮੀ ਅੱਗ ਤੇ ਮੀਨਸ ਇਹਦਾ ਆਪਾਂ ਤੜਕਾ ਲਗਾ ਸਕਦੇ ਹਾਂ, ਠੀਕ ਹੈ। ਮੈਂ ਆਲਰੇਡੀ ਸੁਜੈਸਟ ਕਰਦੀ ਹਾਂ ਕਿ ਤੁਸੀਂ ਇਹਨੂੰ ਖਾਣ ਦੇ ਵਿੱਚ, ਜਿਹੜੇ ਕੱਚੀ ਘਨੀ ਦੇ ਆਇਲਸ ਹੁੰਦੇ ਆ, ਇਹਨੂੰ ਖਾਣ ਦੇ ਵਿੱਚ ਵਰਤਿਆ ਜਾ ਸਕਦਾ ਆ। ਸੋ ਇਸ ਕਰਕੇ ਇਹਨੂੰ ਇੱਕੋ ਹੀ ਵਾਰ ਜਿਹੜਾ ਆ ਤੁਸੀਂ ਆਇਲ ਨੂੰ ਯੂਜ਼ ਕਰਨਾ, ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਸਰੋਂ ਦਾ ਤੇਲ ਆ, ਉਹ ਕਈ ਵਾਰ ਆਪਾਂ ਵਾਰ-ਵਾਰ ਵੀ ਯੂਜ਼ ਕਰ ਲੈਂਦੇ ਆ। ਇੱਕ ਵਾਰ ਜਿਹੜਾ ਆਇਲ ਆ ਉਹਨੂੰ ਆਪਾਂ ਕਿਸੇ ਚੀਜ਼ ਨੂੰ ਫਰਾਈ ਕਰ ਲਿਆ ਔਰ ਜਿਹੜਾ ਬਾਕੀ ਬਚਿਆ ਅਸੀਂ ਇੱਕ ਭਾਂਡੇ ਵਿੱਚ ਕੱਢ ਲੈਂਦੇ ਆ, ਫਿਰ ਉਹਨੂੰ ਦੂਜੀ ਵਾਰ ਕਿਸੇ ਤੜਕੇ ਦੇ ਵਿੱਚ ਜਿਹੜਾ ਆ ਯੂਜ਼ ਕਰ ਲੈਂਦੇ ਆ। ਉਹਨੂੰ ਵੀ ਸਿਰਫ 1 ਤੋਂ 2 ਵਾਰ ਹੀ ਜਿਹੜਾ ਯੂਜ਼ ਕਰਨਾ ਚਾਹੀਦਾ ਹੈ। ਬੈਟਰ ਆ ਕਿ ਤੁਸੀਂ ਉਹਨੂੰ ਵੀ ਦੁਬਾਰਾ ਯੂਜ਼ ਨਾ ਕਰੋ, ਕਿਉਂਕਿ ਉਹਦੇ ਵਿੱਚ ਕੁਝ ਇਦਾਂ ਦੇ ਐਸਿਡਸ ਹੁੰਦੇ ਆ ਜਿਹੜੇ ਕਿ ਸਾਡੀ ਬਾਡੀ ਲਈ ਹਾਰਮਫੁਲ ਹੋ ਜਾਂਦੇ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਬਾਰ-ਬਾਰ ਯੂਜ਼ ਕਰਦੇ ਹਾਂ। ਸੋ ਜਿਹੜਾ ਨਾਰੀਅਲ ਦਾ ਹੈ, ਯਾਨੀ ਕਿ ਖੋਪੇ ਦਾ ਤੇਲ ਜਾਂ ਸਰੋਂ ਦਾ ਤੇਲ, ਜਾਂ ਫਿਰ ਜਿਹੜਾ ਆ ਜਾਂਦਾ ਅਲਸੀ ਦਾ ਤੇਲ ਜਾਂ ਤਿਲਾਂ ਦਾ ਜਾਂ ਮੂੰਗਫਲੀ ਦਾ, ਵਟਐਵਰ ਦ ਆਇਲਸ ਵੀ ਸੁਜੈਸਟਡ, ਇਹ ਚੀਜ਼ਾਂ ਬਹੁਤ ਜ਼ਿਆਦਾ ਧਿਆਨ 'ਚ ਰੱਖੋ ਕਿ ਬਾਰ-ਬਾਰ ਆਇਲਸ ਨੂੰ ਜਿਹੜਾ ਆ ਉਹ ਆਪਾਂ ਗਰਮ ਕਰਕੇ ਨਹੀਂ ਖਾਣਾ। ਇਹ ਨਹੀਂ ਹੈਗਾ ਕਿ ਇੱਕ ਵਾਰ ਜਿਹੜਾ ਆਇਲ ਆ ਉਹਨੂੰ ਉਹਦੇ ਵਿੱਚ ਕੁਝ ਤਲ ਲਿਆ ਫਿਰ ਦੁਬਾਰਾ ਉਹਦੇ ਵਿੱਚ ਤੜਕੇ ਲਗਾ ਲਏ, ਇਹ ਚੀਜ਼ਾਂ ਬਿਲਕੁਲ ਨਾ ਕਰੋ। ਇੱਕੋ ਵਾਰ ਉਹਨੂੰ ਗਰਮ ਕਰੋ, ਉਹਨੂੰ ਜਿਹੜਾ ਹੈਗਾ। ਔਰ ਬਹੁਤ ਜ਼ਿਆਦਾ ਇੱਕ ਪੁਆਇੰਟ ਨੋਟ ਕਰ ਲਓ ਕਿ ਸਰੋਂ ਤੋਂ ਇਲਾਵਾ ਨਾਰੀਅਲ, ਤਿਲ, ਮੂੰਗਫਲੀ, ਇਹਨਾਂ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਫਰਾਈ ਨਹੀਂ ਕਰਨੀ ਆ। ਇਹਦੇ ਵਿੱਚ ਕੋਈ ਵੀ ਚੀਜ਼ ਫਰਾਈ ਵਾਲੀ ਜਿਹੜੀ ਆਪਾਂ ਨਹੀਂ, ਸਿਰਫ ਤੜਕਾ ਹੀ ਲਗਾ ਸਕਦੇ ਆ ਜਾਂ ਇਹਨੂੰ ਖਾਲੀ ਪੇਟ ਕੰਜ਼ਿਊਮ ਕਰ ਸਕਦੇ ਆ, ਬਟ ਐਜ਼ ਸੁਜੈਸਟਡ ਯੂਅਰ ਡਾਕਟਰ। ਤੇ ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਧਿਆਨ 'ਚ ਰੱਖੋ। ਸੋ ਆਪਣਾ 7th ਪੁਆਇੰਟ ਆਉਂਦਾ ਹੈਗਾ ਕਿ ਦਾਣੇਦਾਰ ਚੀਨੀ ਜਾਂ ਚਿੱਟੀ ਚੀਨੀ ਇਹ ਬਿਲਕੁਲ ਨਹੀਂ ਖਾਣੀ। ਇਹ ਵੀ ਆਲਰੇਡੀ ਬਾਰ-ਬਾਰ ਜਿੰਨੇ ਵੀ ਸਾਨੂੰ ਸੁਣਨ ਵਾਲੇ ਲਿਸਨਰਸ ਹੈਗੇ ਆ ਜਾਂ ਜਿਹੜੇ ਸਾਡੇ ਤੋਂ ਕੰਸਲਟੇਸ਼ਨ ਟਾਈਮ ਆਉਂਦੇ ਹੈਗੇ, ਉਹਨਾਂ ਨੂੰ ਵਾਰ-ਵਾਰ ਇਹ ਚੀਜ਼ਾਂ ਦੱਸੀਆਂ ਜਾਂਦੀਆਂ। ਡਾਕਟਰ ਆਜ਼ਾਦ ਜੀ, ਡਾਕਟਰ ਵਿਰਕ ਜੀ, ਡਾਕਟਰ ਖਾਦਰਵਲੀ, ਡਾਕਟਰ ਵਿਸ਼ਵਰੂਪ ਰॉय ਚੌਧਰੀ ਜੀ, ਹਰ ਕੋਈ ਇਸ ਚੀਜ਼ ਤੇ ਬਾਰ-ਬਾਰ ਇਹਨਾਂ ਪੁਆਇੰਟਸ ਨੂੰ ਦੁਹਰਾਉਂਦਾ ਆ ਕਿ ਚਿੱਟੀ ਜਾਂ ਦਾਣੇਦਾਰ ਜਾਂ ਬਰਾਊਨ ਸ਼ੂਗਰ ਜਾਂ ਫਿਰ ਦੇਸੀ ਖੰਡ, ਇਹ ਚੀਜ਼ਾਂ ਰੈਗੂਲਰ ਜਿਹੜੀਆਂ ਆ ਬਿਲਕੁਲ ਵੀ ਕੰਜ਼ਿਊਮ ਨਾ ਕਰੋ। ਦਾਣੇਦਾਰ ਔਰ ਚਿੱਟੀ ਚੀਨੀ ਤਾਂ ਔਰ ਬਰਾਊਨ ਸ਼ੂਗਰ ਇਹ ਤਾਂ ਕਰਨੀ ਨਹੀਂ ਕਦੇ ਵੀ ਯੂਜ਼, ਇਹਨੂੰ ਆਪਣੇ ਘਰ ਚੋਂ ਬਾਹਰ ਹੀ ਕੱਢ ਦਿਓ। ਜਿਹੜੀ ਆ ਜਾਂਦੀ ਦੇਸੀ ਖੰਡ, ਇਹਨੂੰ ਆਪਾਂ ਕਿਸੇ ਚੀਜ਼ ਦੇ ਵਿੱਚ, ਲੇਕਿਨ ਮਹੀਨੇ 'ਚ ਉਹ ਵੀ ਇੱਕ ਵਾਰ ਕਿਤੇ ਨਾ ਕਿਤੇ ਯੂਜ਼ ਕਰ ਸਕਦੇ ਹਾਂ। ਲੇਕਿਨ ਜਿਹੜੀਆਂ ਬਾਕੀ ਚੀਜ਼ਾਂ, ਫਿਰ ਤੁਸੀਂ ਹੁਣ ਤੁਹਾਨੂੰ ਇਹ ਵੀ ਕੋਈ ਐਡੀ ਕਹਿ ਲਓ ਕਿ ਤੁਹਾਨੂੰ ਪਤਾ ਆ ਹਰ ਇੱਕ ਨੂੰ ਕਿ ਇਹਦੀ ਜਗ੍ਹਾ ਤੇ ਸਬਸਟੀਟਿਊਟ ਕੀ ਆ। ਆਲਰੇਡੀ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕੇ, ਇਹਦੀ ਜਗ੍ਹਾ ਦਾ ਸਬਸਟੀਟਿਊਟ ਆ ਹਨੀ ਆ, ਇਹਦਾ ਸਬਸਟੀਟਿਊਟ ਗੁੜ ਆ, ਇਹਦਾ ਸਬਸਟੀਟਿਊਟ ਸ਼ੱਕਰ ਆ, ਠੀਕ ਹੈ। ਬਹੁਤ ਸਾਰੇ ਤਰੀਕੇ ਦੇ ਜਿਹੜੇ ਗੁੜ ਆ ਉਹ ਵੀ ਇਹਦੇ ਵਿੱਚ ਮੈਡੀਕੇਟਿਡ ਆ ਜਾਂਦੇ ਆ, ਸਿੰਪਲ ਆ ਜਾਂਦੇ ਆ, ਜਿੱਦਾਂ ਦਾ ਵੀ ਤੁਹਾਨੂੰ ਜਿਹੜਾ ਐਜ਼ ਯੂ ਲਾਈਕ ਤੁਸੀਂ ਲੈ ਸਕਦੇ ਆ। ਸ਼ੱਕਰ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਕੰਜ਼ਿਊਮ ਕਰੋ। ਚੀਨੀ ਜਿਹੜੇ ਆ ਉਹ ਬਿਲਕੁਲ ਨਾ ਵਰਤੋ ਤੁਸੀਂ, ਚਾਹੇ ਹਲਵਾ ਬਣਾਉਣਾ, ਚਾਹੇ ਕੜਾਹ ਪ੍ਰਸ਼ਾਦ, ਪੰਜੀਰੀ। ਮੈਂ ਬਹੁਤ ਸਾਰੀਆਂ ਰੈਸਿਪੀਜ਼ YouTube ਚੈਨਲ ਤੇ
ਪੋਸਟ ਕੀਤੀਆਂ ਹੈਗੀਆਂ ਫॉर ਯੂ ਓਨਲੀ, ਤਾਂ ਕਿ ਤੁਸੀਂ ਜਿਹੜੀਆਂ ਉਹ ਚੀਜ਼ਾਂ ਨੂੰ ਦੇਖੋ ਕਿ ਕਿਵੇਂ ਜਿਹੜੇ ਆ ਗੁੜ ਤੇ ਸ਼ੱਕਰ ਦੇ ਨਾਲ ਚੀਜ਼ਾਂ ਇੰਨੀਆਂ ਸਵਾਦ ਬਣ ਸਕਦੀਆਂ ਆ। ਸੋ ਆਵਰ 8th ਪੁਆਇੰਟ ਇਜ਼ ਗੁੜ ਤੇ ਸ਼ੱਕਰ ਸੀਮਿਤ ਮਾਤਰਾ ਵਿੱਚ ਖਾ ਸਕਦੇ ਆ। ਇਹ ਮੈਂ ਆਲਰੇਡੀ 7 ਪੁਆਇੰਟਸ ਕਲੀਅਰ ਕਰ ਦਿੱਤਾ। ਸੋ ਜਿਹੜੀ ਇੱਕ ਖਜੂਰ ਦਾ ਗੁੜ ਆਂਦਾ ਹੈਗਾ, ਮੈਂ ਤੁਹਾਨੂੰ ਉਹ ਵੀ ਕਲੀਅਰ ਕਰ ਦਵਾਂ ਕਿ ਡਾਕਟਰ ਖਾਦਰਵਲੀ ਦੇ ਅਨੁਸਾਰ ਔਰ ਆਲ ਜਿੰਨੇ ਵੀ ਡਾਕਟਰਸ ਇਹਨਾਂ ਤੇ ਸਟੱਡੀ ਕਰਦੇ ਆ, ਜਿਹੜਾ ਪਾਮ ਜੈਗਰੀ ਹੈਗੀ ਆ ਜਿਹਨੂੰ ਆਪਾਂ ਖਜੂਰ ਦਾ ਗੁੜ ਕਹਿੰਦੇ ਆ, ਉਹ ਬਹੁਤ ਹੀ ਜ਼ਿਆਦਾ ਉਹਨੂੰ ਕਹਿ ਦਿੰਦੇ ਉੱਤਮ ਆ, ਯਾਨੀ ਕਿ ਅਤੀ ਉੱਤਮ ਜਿਹਨੂੰ ਕਹਿ ਦਿੰਦੇ ਆ ਕਿ ਇਟਸ ਸੁਪੀਰੀਅਰ ਟੂ ਈਟ। ਜਿਹੜੇ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਵੀ ਠੀਕ ਹੁੰਦੀਆਂ ਆ, ਤੇ ਖਜੂਰ ਦਾ ਗੁੜ ਜਿਹੜਾ ਹੈਗਾ ਆ ਫੁੱਲ ਆਫ ਨਿਊਟ੍ਰੀਐਂਟਸ ਆ। ਲੇਕਿਨ ਅਗਰ ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿ ਮਾਰਕੀਟ ਵਿੱਚੋਂ ਇਹਨੂੰ ਨਾ ਖਰੀਦੋ, ਲੇਕਿਨ ਅਗਰ ਤੁਸੀਂ ਇਹਨਾਂ ਦਾ ਆਰਡਰ ਦਿੰਦੇ ਆ ਤਾਂ ਤੁਹਾਨੂੰ ਕੁਝ ਟਾਈਮ ਪਹਿਲਾਂ ਦੱਸਣਾ ਪੈਣਾ ਆ, ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਬਹੁਤ ਟਾਈਮ ਲਈ ਅਸੀਂ ਇਹਨੂੰ ਨਹੀਂ ਰੱਖ ਸਕਦੇ। ਸੋ ਇਹਨੂੰ ਆਰਡਰ ਤੇ ਹੀ ਮੰਗਵਾਇਆ ਜਾਂਦਾ ਆ, ਔਰ ਬਹੁਤ ਜ਼ਿਆਦਾ ਇਸ ਚੀਜ਼ ਦਾ ਧਿਆਨ ਰੱਖਣਾ ਆ। ਸੋ ਆਵਰ ਨੈਕਸਟ ਪੁਆਇੰਟ ਇਜ਼ ਡਿੱਬਾ ਬੰਦ। ਠੀਕ ਹੈ, ਡਿੱਬੇ ਬੰਦ ਜਿਹੜੇ ਕਿ ਅੱਜ ਕੱਲ੍ਹ ਟਿਫਨ ਪ੍ਰੋਸੈਸ ਚੱਲ ਰਹੀ ਹੈਗੀ ਆ, ਜਿਹਦੇ ਵਿੱਚ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਪੈਕਿੰਗ ਫੂਡਸ ਖਾ ਲੈਂਦੇ, ਪ੍ਰੋਸੈਸ ਫੂਡ ਖਾ ਲੈਂਦੇ ਆ, ਫਿਰ ਰੈਡੀਮੇਡ, ਫਿਰ ਫੈਕਟਰੀ ਵਿੱਚ ਬਣੇ ਜਾਂ ਰਿਫਾਈਨਡ ਕਹਿ ਲਓ ਕੀਤਾ ਫਾਸਟ ਫੂਡ, ਕੋਲਡ ਡਰਿੰਕਸ ਜਾਂ ਬਾਜ਼ਾਰ ਦਾ ਬਣੇ ਬਹੁਤ ਸਾਰੇ ਇੱਦਾਂ ਦੇ ਭੋਜਨ ਜਿਹੜੇ ਆ ਉਹ ਬਿਲਕੁਲ ਨਹੀਂ ਖਾਣੇ, ਜਿਨ੍ਹਾਂ ਨੂੰ ਆਪਾਂ ਇਨ ਸ਼ਾਰਟ ਫਾਰਮ ਜਿਹੜੇ ਪ੍ਰੋਸੈਸ ਫੂਡ ਔਰ ਪੈਕੇਜ ਔਰ ਅਨਹੈਲਦੀ ਫੂਡਸ ਕਹਿ ਦਿੰਦੇ ਆ। ਇਹ ਜਿਹੜੇ ਆਪਾਂ ਬਿਲਕੁਲ ਨਹੀਂ ਖਾਣੇ। ਇਟਸ ਨਾਟ ਓਨਲੀ ਅਬਾਊਟ ਡਾਕਟਰ ਖਾਦਰਵਲੀ ਜੀ, ਇਟਸ ਆਲ ਅਬਾਊਟ ਡਾਕਟਰ ਆਜ਼ਾਦ ਜੀ, ਡਾਕਟਰ ਵਿਰਕ ਜੀ, ਡਾਕਟਰ ਵਿਸ਼ਵਰੂਪ ਰਾਏ ਚੌਧਰੀ ਜੀ, ਐਂਡ ਆਲਸੋ ਵਿਦ ਦ ਮੇਨ ਸੀਨੀਅਰ ਡਾਕਟਰ ਖਾਦਰਵਲੀ ਜੀ। ਆਪਾਂ ਉਹਨਾਂ ਦੀ ਰਿਸਪੈਕਟਫੁਲ ਦੇ ਵਿੱਚ ਇਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਸੋ ਦੈਟ ਜਿਹੜੀਆਂ ਆ ਤੁਹਾਨੂੰ ਇਹਦੇ ਨਾਲ ਅਵੇਅਰ ਕੀਤਾ ਜਾਵੇ, ਕਿਉਂਕਿ ਇਹ ਚੀਜ਼ਾਂ ਇੱਦਾਂ ਦੀਆਂ ਚੀਜ਼ਾਂ ਆ ਕਿ ਇਹ ਕੁਝ ਪੁਆਇੰਟਸ ਜਿਹੜੇ ਤੁਸੀਂ ਆਪਣੇ ਨਿਯਮ ਬਣਾ ਲਓ ਤੇ ਬਹੁਤ ਜਲਦੀ ਸਾਨੂੰ ਜਿਹੜੀਆਂ 100 ਬਿਮਾਰੀਆਂ ਜਿਹੜੀਆਂ ਇੱਕ ਵਾਰ 'ਚ ਹੀ ਤੁਹਾਨੂੰ ਅਟੈਕ ਕਰਦੀਆਂ ਆ, ਉਹ ਤੁਹਾਨੂੰ ਜਿਹੜੀਆਂ ਨੈਕਸਟ ਕਦੀ ਵੀ ਨਹੀਂ ਹੋਣਗੀਆਂ। ਅਸੀਂ ਕੀ ਕਰਦੇ ਆ, ਅਸੀਂ ਇੱਕ ਪ੍ਰੋਬਲਮ ਫੜਦੇ ਆ, ਸਾਨੂੰ ਇਹ ਲੱਗ ਰਿਹਾ ਕਿ ਸਾਨੂੰ ਬੁਖਾਰ ਹੋ ਗਿਆ, ਅਸੀਂ ਇਹ ਨਹੀਂ ਦੇਖ ਰਹੇ ਉਹ ਬੁਖਾਰ ਕਿਉਂ ਹੋਇਆ, ਉਹਦੀ ਜੜ ਕੀ ਆ, ਉਹਦੀ ਰੂਟ ਕੀ ਆ। ਅਸੀਂ ਜਦੋਂ ਉਹਦੀ ਰੂਟ ਫੜ ਲੈਂਦੇ, ਉਹਦੀ ਜੜ ਫੜ ਲੈਂਦੇ ਆ, ਸਾਨੂੰ ਦੁਬਾਰਾ ਕਦੀ ਜਿਹੜਾ ਆ ਉਹ ਬੁਖਾਰ ਆ ਹੀ ਨਹੀਂ ਸਕਦਾ ਹੈਗਾ। ਇਹਦੇ ਵਿੱਚ ਇਹਦੀ ਰੂਟ ਕੀ ਆ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦੀ। ਇਹਦੀ ਰੂਟ ਹੈਗੀ ਇਮਿਊਨਿਟੀ, ਕਿ ਤੁਹਾਡੀ ਜਿਹੜੀ ਇਮਿਊਨਿਟੀ ਆ ਉਹ ਕਿੰਨੀ ਸਟਰੋਂਗ ਆ। ਜਿੰਨੀ ਇਮਿਊਨਿਟੀ ਤੁਹਾਡੀ ਸਟਰੋਂਗ ਆ, ਤੁਹਾਨੂੰ ਕੋਈ ਵੀ ਵਾਇਰਲ, ਕੋਈ ਵੀ ਫਲੂ, ਕੋਈ ਵੀ ਏਅਰ ਇਨਫੈਕਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਇਫੈਕਟ ਨਹੀਂ ਕਰ ਸਕਦੀ। ਹਾਂ, ਅਸੀਂ ਵੀ ਸਾਹ ਲੈਂਦੇ ਆ, ਹਵਾ ਸਾਡੇ ਅੰਦਰ ਵੀ ਜਾਂਦੀ ਆ, ਲੇਕਿਨ ਉੱਥੇ ਪੁਆਇੰਟ ਕਿੱਥੇ ਆਂਦਾ, ਥੋੜਾ ਟਾਈਮ ਉਹ ਵਾਇਰਸ ਤੁਹਾਨੂੰ ਇਫੈਕਟ ਕਰ ਸਕਦਾ ਆ, ਲੇਕਿਨ ਸਾਡੀ ਇਮਿਊਨਿਟੀ ਇੰਨੀ ਕੁ ਜ਼ਿਆਦਾ ਸਟਰੋਂਗ ਹੁੰਦੀ ਆ ਕਿ ਆਪਾਂ ਉਹਨੂੰ ਅਟੈਕ ਕਰਦੇ ਆ, ਉਹਨੂੰ ਫਾਈਟ ਕਰਕੇ ਜਿਹੜੀ ਆਪਣੀ ਬਾਡੀ ਨੂੰ ਬਿਲਕੁਲ ਫ੍ਰੀ ਫਰੋਮ ਡਿਸੀਜ਼ਸ ਕਰ ਲੈਂਦੇ ਆ। ਇਹ ਉਦੋਂ ਹੀ ਪੋਸੀਬਲ ਆ ਜਦੋਂ ਤੁਸੀਂ ਇਹ ਛੋਟੀਆਂ ਟ੍ਰਿਕਸ ਜਿਹੜੀਆਂ ਆ ਆਪਣੀ ਜਿਹੜੀ ਮਿਸਮੈਨੇਜਮੈਂਟ ਲਾਈਫਸਟਾਈਲ ਦੇ ਵਿੱਚ ਉਹਨੂੰ ਮੈਨੇਜ ਕਰ ਲਓ, ਆਪਣੇ ਬੱਚਿਆਂ ਲਈ ਵੀ, ਆਪਣੇ ਬਜ਼ੁਰਗਾਂ ਲਈ ਵੀ, ਆਪਣੇ ਵੱਡਿਆਂ ਲਈ ਵੀ ਤੇ ਆਪਣੇ ਲਈ ਵੀ। ਸੋ ਇਹ ਬਾਰ-ਬਾਰ ਮੈਂ ਤਾਂ ਇਹ ਚੀਜ਼ਾਂ ਕਹਿੰਦੀ ਆ ਕਿਉਂਕਿ ਤੁਸੀਂ ਇਸ ਚੀਜ਼ ਨੂੰ ਸੁਣਦੇ ਆ, ਅਗਰ ਤੁਸੀਂ ਇਸ ਚੀਜ਼ ਨੂੰ ਸੁਣਦੇ ਆ ਤੇ ਇਸ ਚੀਜ਼ ਨੂੰ ਆਪਣੇ ਤੇ ਅਪਲਾਈ ਕਰਨ ਦੀ ਕੋਸ਼ਿਸ਼ ਵੀ ਕਰੋ। ਡਾਕਟਰ ਆਜ਼ਾਦ ਜੀ ਵੱਲੋਂ 52 ਤਰੀਕੇ ਇਦਾਂ ਦੇ ਸੀ ਦੈਟ ਜਿਹੜੀਆਂ ਤੁਹਾਡੀਆਂ ਵਾਈਬ੍ਰੇਸ਼ਨਸ ਆ ਉਹ ਫਾਸਟ ਕਰਦੇ ਆ, ਯਾਨੀ ਕਿ ਤੁਹਾਨੂੰ ਇੱਕ ਹੈਪੀ ਲਾਈਫ ਜੀਣ ਦੇ ਵਿੱਚ ਮਦਦ ਕਰਦੇ ਆ। ਉਹਦੇ ਮੈਂ 2 ਪਾਰਟਸ ਆਲਰੇਡੀ ਅਪਲੋਡ ਕਰ ਚੁੱਕੀ ਆ YouTube ਤੇ, ਜ਼ਰੂਰ ਦੇਖੋ ਔਰ ਆਪਣੇ ਨਿਯਮ ਵਿੱਚ ਲਿਆਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰੋ। ਅਗਰ ਕੋਈ ਵੀ ਇਨਸਾਨ ਅਗਰ ਉਹ 52 ਵੇ ਆ, ਉਹ ਇੱਕੋ ਵਾਰ 'ਚ ਮੈਂ ਸਿਰਫ ਇਸ ਕਰਕੇ ਨਹੀਂ ਦੱਸੇ, ਜੇ ਕੋਈ ਵੀ ਹੋਵੇ ਉਹ ਦੱਸ ਸਕਦਾ ਆ, ਮਤਲਬ ਲਾਈਕ ਤੁਸੀਂ ਵੀ ਹੋ ਤਾਂ 52 ਵੇ ਤੁਸੀਂ ਇੱਕ ਵਾਰ 'ਚ ਜਿਹੜੇ ਡਿਸਕਸ ਕਰ ਸਕਦੇ ਆ। ਬਟ ਮੈਂ ਇਸ ਚੀਜ਼ ਨੂੰ ਬੜਾ ਹੀ ਧਿਆਨ ਨਾਲ ਸੋਚਿਆ ਕਿ 52 ਤਰੀਕੇ ਇੱਕੋ ਵਾਰ ਦੱਸਣ ਦਾ ਫਾਇਦਾ ਕੋਈ ਨਹੀਂ ਹੋਣਾ, ਕਿਉਂਕਿ ਤੁਸੀਂ ਉਹਨੂੰ ਸਿਰਫ ਸੁਣੋਗੇ ਐਂਡ ਜਿੱਦਾਂ ਮੈਂ ਅੱਗੇ ਦੱਸਦੀ ਹਾਂ ਕਿ ਕਾਪੀ ਬੰਦ ਕਰਕੇ ਸਾਈਡ ਤੇ ਰੱਖ ਦਿੱਤੀ। ਸੋ ਇਸ ਕਰਕੇ ਮੈਂ ਉਹਦੇ ਪਾਰਟਸ ਬਣਾਉਣ ਦੀ ਕੋਸ਼ਿਸ਼ ਕੀਤੀ, ਕੁਝ ਛੋਟੇ 10-10 ਪੁਆਇੰਟ ਉਹਦੇ ਵਿੱਚੋਂ ਕੱਢੇ, ਸੋ ਦੈਟ ਜਿਹੜੇ ਤੁਸੀਂ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ, ਫਿਰ ਉਹਨਾਂ ਨੂੰ ਆਪਣੇ ਤੇ ਅਪਲਾਈ ਕਰਕੇ ਦੇਖੋ ਕਿ ਕੀ ਅਸੀਂ ਇਹ ਕਰ ਸਕਦੇ ਆ। ਜੇ ਅਸੀਂ ਇਹ ਕਰ ਸਕਦੇ ਆ ਤਾਂ ਵੀ ਮੂਵ ਟੂ ਪਾਰਟ 2, ਰਾਈਟ। ਅਗਰ ਉਹ ਵੀ ਕਰ ਸਕਦੇ ਆ ਦੈਨ ਵੀ ਮੂਵ ਟੂ ਪਾਰਟ 3। ਇਸ ਕਰਕੇ ਮੈਂ ਉਹ ਇੱਕ ਇਦਾਂ ਦੀ ਛੋਟੀ ਜੀ ਸਟ੍ਰੈਟਜੀ ਬਣਾਈ ਸੋ ਦੈਟ ਜਿਹੜੇ ਤੁਸੀਂ ਉਹਨਾਂ ਨੂੰ ਆਪਣੇ ਤੇ ਅਪਲਾਈ ਕਰਕੇ ਦੇਖੋ। ਮੈਂ ਇਹ ਨਹੀਂ ਕੀਤਾ ਕਿ 52 ਤਰੀਕੇ ਇੱਕ ਵਾਰ ਤੁਹਾਨੂੰ ਦੱਸਦੇ ਕਰੋ ਨਾ ਕਰੋ, ਮੈਂ ਚਾਹੁੰਦੀ ਆ ਕਿ ਤੁਸੀਂ ਉਹ ਚੀਜ਼ਾਂ ਕਰੋ। ਇਸ ਕਰਕੇ ਮੈਂ ਉਹਨਾਂ ਨੂੰ ਪਾਰਟਸ ਦੇ ਵਿੱਚ ਫॉर ਯਰ ਕਹਿ ਲਓ ਲਾਈਫਸਟਾਈਲ ਮੋਡੀਫਿਕੇਸ਼ਨ ਵਾਸਤੇ, ਕਿ ਤੁਸੀਂ ਇੱਕ ਖੁਸ਼ਹਾਲ ਭਰੀ ਜ਼ਿੰਦਗੀ ਜਿਹੜੀ ਆ ਉਹ ਜੀ ਸਕੋ, ਜਿੱਦਾਂ ਨੇਚਰ ਕੋਲ ਹਰਿਆਲੀ ਆ,
ਅਸੀਂ ਉਹਦੀ ਹਰਿਆਲੀ ਛੀਨ ਰਹੇ ਹਾਂ। ਜੇ ਆਪਾਂ ਗੱਲ ਕਰੀਏ ਤੇ ਆਪਾਂ ਉਹਨਾਂ ਕੋਲ ਜਿਹੜੀ ਉਹਦੀ ਹਰਿਆਲੀ ਆ ਵਾਪਸ ਲੈ ਰਹੇ, ਕਿੱਦਾਂ ਲੈ ਰਹੇ ਆ, ਕੱਟ ਕੱਟ ਕੇ ਘਰ ਬਣਾਈ ਜਾ ਰਹੇ ਆ, ਜਿਹੜੇ ਉਹਨਾਂ ਦੇ ਪੇੜ ਪੌਦੇ ਆ ਜਿਹਦੇ ਨਾਲ ਉਹਦੀ ਖੁਸ਼ਹਾਲੀ ਆ। ਆਪਣੀ ਖੁਸ਼ਹਾਲੀ ਅਸੀਂ ਕਿੱਦਾਂ ਖਤਮ ਕਰ ਰਹੇ ਹਾਂ ਕਿ ਆਪਣੇ ਆਪ ਨੂੰ ਰੋਗ ਲਵਾ ਲਏ ਆ, ਦਵਾਈਆਂ ਜਿਹੜੀਆਂ ਖਾਈ ਜਾ ਰਹੇ ਆ। ਇਹ ਸਾਡੀ ਹਰਿਆਲੀ ਆ, ਇਹ ਸਾਡੀ ਖੁਸ਼ਹਾਲੀ ਆ, ਇਸ ਚੀਜ਼ ਨੂੰ ਅਸੀਂ ਖਤਮ ਕਰ ਰਹੇ ਹਾਂ। ਸੋ ਇਹਨਾਂ ਦੋਨਾਂ 'ਚ ਕੋਈ ਡਿਫਰੈਂਸ ਨਹੀਂ ਆ। ਕੁਦਰਤ ਦੀ ਹਰਿਆਲੀ ਵਾਪਸ ਦਿਓ ਔਰ ਆਪਣੀ ਖੁਸ਼ਹਾਲੀ ਵਾਪਸ ਲਓ। ਇਹ ਕਿੱਦਾਂ ਆ, ਇਹ ਤੁਹਾਨੂੰ ਆਲਰੇਡੀ ਬਾਰ-ਬਾਰ ਮੈਂ ਦੱਸ ਚੁੱਕੀ ਹਾਂ ਕਿ ਪਲਾਂਟ ਅ ਟਰੀ ਜ਼ਰੂਰ ਜ਼ਰੂਰ। ਇਹ ਤੁਹਾਨੂੰ ਜਿਹੜੇ ਕਾੜੇ ਪੀਣ ਨੂੰ ਦੱਸੇ ਜਾਂਦੇ ਆ, ਸਿਰਫ ਇਸ ਕਰਕੇ ਨਹੀਂ ਦੱਸੇ ਜਾਂਦੇ ਕਿ ਤੁਸੀਂ ਬਸ ਕਾੜੇ ਪੀ ਲਓ ਜਾਂ ਠੀਕ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਇੱਕ ਬੂਟਾ ਆਪਣੇ ਘਰ 'ਚ ਨਰਸਰੀ ਤੋਂ ਲਿਆ ਕੇ ਜ਼ਰੂਰ ਲਗਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਸ ਬੂਟੇ ਦੀ ਕੀਮਤ ਕੀ ਹੈਗੀ ਆ। ਉਹ ਸਾਨੂੰ ਆਕਸੀਜਨ ਪ੍ਰੋਵਾਈਡ ਕਰਦਾ, ਸਾਨੂੰ ਸਾਹ ਲੈਣ ਦੇ ਵਿੱਚ ਮਦਦ ਕਰਦਾ। ਸੋ ਸਾਰਿਆਂ ਨੂੰ ਇਹ ਛੋਟੀ ਜਿਹੀ ਰਿਕੁਐਸਟ ਹੈਗੀ ਆ ਕਿ ਜਿਹੜੇ ਦਰਖਤ ਆ ਉਹ ਬੂਟੇ ਆ ਜ਼ਰੂਰ ਲਗਾਓ। So we move to 10th point, that is ਚਾਹ ਕੌਫੀ ਬਿਲਕੁਲ ਨਹੀਂ ਪੀਣੀ, ਤਾਜ਼ੇ ਪੱਤਿਆਂ ਦੀ ਚਾਹ ਕਾੜਾ ਪੀਣਾ ਹੈ। ਪੂਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਤੁਹਾਨੂੰ ਦੱਸੀ ਗਈ ਆ। ਤੁਸੀਂ ਸੰਪਰਕ ਵੀ ਕਰ ਸਕਦੇ ਆ। ਮੈਂ ਬਾਰ-ਬਾਰ ਦੱਸਦੀ ਆ ਕਿ ਕੋਈ ਵੀ ਤੁਹਾਨੂੰ ਪ੍ਰੋਬਲਮ ਹੈਗੀ ਆ ਤੁਸੀਂ ਕੰਸਲਟ ਕਰ ਸਕਦੇ ਹੋ। ਤੁਹਾਨੂੰ ਜਿਹੜੇ ਕੰਟੈਕਟ ਨੰਬਰਸ, ਈਮੇਲ ਆਈਡੀਜ਼ ਆਲਰੇਡੀ ਸਭ ਕੁਝ ਦਿੱਤਾ ਹੋਇਆ। YouTube ਤੇ ਚੈਨਲ ਹੈਗਾ, ਤੁਸੀਂ ਕਮੈਂਟ ਕਰਕੇ ਅਪਾਇੰਟਮੈਂਟ ਫਿਕਸ ਕਰਾ ਸਕਦੇ ਆ। ਸੋ ਇਹਦਾ ਕੋਈ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਔਖਾ ਨਹੀਂ ਹੈਗਾ। ਹਰ ਕੋਈ ਸੋਸ਼ਲ ਮੀਡੀਆ ਚਲਾ ਰਿਹਾ ਹੈਗਾ ਆ, ਚਾਹੇ ਤੁਸੀਂ ਉਹਨੂੰ 10 ਮਿੰਟ ਚਲਾਓ, 5 ਮਿੰਟ ਚਲਾਓ, ਲੇਕਿਨ ਉਹਨੂੰ ਆਪਣੇ ਫਾਇਦੇ ਵਾਸਤੇ ਚਲਾਓ। ਸੋ ਇਹ ਤਾਂ ਬਾਰ-ਬਾਰ ਇਹ ਚੀਜ਼ਾਂ ਆਉਂਦੀਆਂ ਆ ਕਿ ਅਵੋਇਡ ਬਲੈਕ, ਜਿਹੜੀ ਆਪਾਂ ਬਲੈਕ ਟੀ ਜਾਂ ਬਲੈਕ ਕੌਫੀ ਕਹਿ ਦਿੰਦੇ ਆ, ਇਹ ਚੀਜ਼ਾਂ ਵੀ ਨਾ ਪੀਓ। ਦੁੱਧ ਵਾਲੀ ਚਾਹ ਨਾ ਪੀਓ, ਦੁੱਧ ਵਾਲੀ ਕੌਫੀ ਨਾ ਪੀਓ, ਠੀਕ ਹੈ ਜੀ। ਫਿਰ ਇਹਦੇ ਵਿੱਚ ਹਰਬਲ ਟੀਜ਼ ਆ ਜਾਂਦੀਆਂ। ਸਾਡੇ ਘਰ 'ਚ ਤੁਲਸੀ ਵੀ ਲੱਗੀ ਆ ਹਰ ਇੱਕ ਦੇ, ਪੁਦੀਨਾ ਵੀ ਲੱਗਾ ਆ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਬਹੁਤ ਸਾਰੇ ਇਦਾਂ ਦੇ ਛੋਟੇ ਛੋਟੇ ਪੱਤੇਦਾਰ ਪੌਦੇ ਸਾਡੇ ਘਰਾਂ 'ਚ ਲੱਗੇ ਹੀ ਹੁੰਦੇ ਆ, ਜਿਹੜੇ ਕਿ ਇੱਕ ਬਹੁਤ ਵੱਡੀ ਔਸ਼ਧੀ ਆ ਸਾਡੇ ਲਈ। ਉਹਨਾਂ ਦੀਆਂ ਜਿਹੜੀਆਂ ਤੁਸੀਂ ਹਰਬਲ ਟੀ, ਜ਼ਰੂਰੀ ਨਹੀਂ ਬਾਜ਼ਾਰ ਤੋਂ ਜਾ ਕੇ ਗ੍ਰੀਨ ਟੀ ਖਰੀਦ ਕੇ ਲੈ ਕੇ ਆਉਣੀ ਆ, ਗ੍ਰੀਨ ਟੀ ਤੁਸੀਂ ਘਰ 'ਚ ਹੀ ਬਣਾ ਸਕਦੇ ਹੋ, ਠੀਕ ਹੈ। ਇਹ ਚੀਜ਼ਾਂ ਨੂੰ ਜ਼ਰੂਰ ਕਰੋ। 11th point according to ਡਾਕਟਰ ਖਾਦਰਵਲੀ, ਅਣਪੱਕਿਆ ਯਾਨੀ ਕਿ ਜਿਹੜਾ ਅੱਧ ਪੱਕਿਆ ਭੋਜਨ ਹੁੰਦਾ ਆ ਜਾਂ ਫਿਰ ਕੁੱਲ ਭੋਜਨ ਦਾ ਅੱਧ ਤੋਂ ਵੱਧ ਹੋਣਾ ਚਾਹੀਦਾ ਹੈ। ਐਸਟੀਮੇਸ਼ਨ, ਜਿਵੇਂ ਕਿ ਫੋਰ ਐਗਜ਼ਾਮਪਲ 3 ਕਿਲੋ ਭੋਜਨ ਅਸੀਂ ਰੋਜ਼ ਖਾਂਦੇ ਆ, ਠੀਕ ਹੈ ਜੀ, ਤਾਂ ਅੱਧਾ ਕੱਚਾ ਭੋਜਨ ਜਿਹੜਾ ਆ ਅੱਧਾ ਤਾਂ ਹੋਣਾ ਹੀ ਚਾਹੀਦਾ ਆ। ਉਹਨਾਂ ਦੇ ਅਨੁਸਾਰ 3 ਕਿਲੋ ਭੋਜਨ ਇੱਕ ਜਿਹੜਾ ਨਾਰਮਲ ਇੰਡੀਵਿਜੂਅਲ ਆ ਉਹ ਲੈ ਲੈਂਦਾ, ਕਿਉਂਕਿ ਆਪਾਂ 3 ਟਾਈਮ ਜਾਂ 2 ਟਾਈਮ ਜਿਹੜੀ ਰੋਟੀ ਉਹ ਖਾਂਦੇ ਹੀ ਆ। ਉਹਦੇ ਵਿੱਚ ਅਸੀਂ ਇਹ ਕਦੀ ਵੀ ਧਿਆਨ ਨਹੀਂ ਦਿੱਤਾ ਕਿ ਕਿੰਨੇ ਕਿਲੋ ਹੋ ਗਿਆ ਹੋਊਗਾ, ਬਟ ਐਸਟੀਮੇਸ਼ਨ 3 ਕਿਲੋ ਹੁੰਦਾ ਹੀ ਹੈਗਾ ਆ, ਠੀਕ ਹੈ ਜੀ। ਕੁਝ ਗ੍ਰਾਮਸ ਜੁੜਦੇ ਜੁੜਦੇ ਸਵੇਰ ਤੋਂ ਲੈ ਕੇ ਰਾਤ ਤੱਕ ਦੇ ਉਹ 3 ਕਿਲੋਜ਼ ਦੇ ਕੈਲੋ ਰੂਪ ਦੇ ਵਿੱਚ ਆ ਜਾਂਦੇ ਆ। ਸੋ ਬਹੁਤ ਜ਼ਿਆਦਾ ਧਿਆਨ ਰੱਖੋ ਕਿ ਇਹਦੇ ਵਿੱਚੋਂ ਅੱਧਾ ਕੱਚਾ ਅੱਧਾ ਪੱਕਿਆ ਭੋਜਨ ਖਾਓ। ਕਿਸੇ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਹੈਗੀ ਕਿ ਤੁਸੀਂ ਫਰੂਟ ਹੀ ਖਾਈ ਜਾਓ ਜਾਂ ਤੁਸੀਂ ਸੈਲਡ ਹੀ ਖਾਈ ਜਾਓ, ਇਹ ਵੀ ਗਲਤ ਆ। ਕੁਛ ਜਿੰਨਾ ਤੁਹਾਡੇ ਕੋਲ ਹਾਜ਼ਮੇ ਵਾਸਤੇ ਫॉर योर ਡਾਈਜੈਸ਼ਨ ਤੁਹਾਨੂੰ ਲੱਗਦਾ ਕਿ ਮੈਂ ਇੰਨਾ ਖਾ ਸਕਦੀ ਆ ਜਾਂ ਖਾ ਸਕਦਾ ਆ, ਉਨਾ ਹੀ ਫਰੂਟ ਔਰ ਜਿਹੜਾ ਸੈਲਡ ਖਾਓ, but according to your management, according to your time management, ਜਿਹੜਾ ਕਿ as you are discuss with your dietitian or doctor, ਜਿਹੜਾ ਤੁਹਾਨੂੰ ਉਹਨਾਂ ਨੇ ਟਾਈਮ ਦੱਸਿਆ ਹੈਗਾ ਆ, ਉਹਨੂੰ ਮੈਨੇਜ ਕਰਕੇ ਜਿੰਨਾ ਟਾਈਮ ਦੱਸਿਆ ਗਿਆ ਉਸ ਹਿਸਾਬ ਦੇ ਨਾਲ ਜਿਹੜਾ ਜਿੰਨਾ ਖਾ ਸਕਦੇ ਆ ਉਨਾ ਹੀ ਖਾਓ। ਸਿਰਫ ਇੰਨਾ ਧਿਆਨ ਰੱਖਣਾ ਆ ਕਿ ਰੋਟੀ ਤੋਂ ਪਹਿਲਾਂ ਸੈਲਡ ਜ਼ਰੂਰ ਖਾਓ ਔਰ ਬ੍ਰੇਕਫਾਸਟ ਦੇ ਵਿੱਚ ਫਰੂਟ ਜ਼ਰੂਰ ਖਾਓ, ਠੀਕ ਹੈ। ਈਵਨਿੰਗ ਦੇ ਵਿੱਚ ਭੁੱਖ ਲੱਗਦੀ ਆ ਤਾਂ ਤੁਸੀਂ ਬੇਕਰੀ ਪ੍ਰੋਡਕਟਸ ਬਿਲਕੁਲ ਨਹੀਂ ਲੈਣੇ, ਉਹਦੀ ਜਗ੍ਹਾ ਤੇ ਮਿਲਟਸ ਨਾਲ ਬਣੀਆਂ ਕੁਕੀਜ਼ ਲੈ ਸਕਦੇ ਆ, ਡਰਾਈ ਫਰੂਟਸ ਲੈ ਸਕਦੇ ਆ, ਸਪਰਾਊਟਸ ਲੈ ਸਕਦੇ ਆ, ਸੈਲਡ ਮਿਕਸ ਕਰ ਸਕਦੇ ਆ, ਔਰ ਬਹੁਤ ਸਾਰੀਆਂ ਇੱਦਾਂ ਦੀਆਂ ਈਵਨਿੰਗ 'ਚ ਬਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹ ਮੈਂ ਤੁਹਾਨੂੰ ਜਿਹੜੀਆਂ ਦੱਸੀਆਂ ਹੈਗੀਆਂ। ਸੋ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਕਿ ਜਿਹੜੀਆਂ ਇਹ ਚੀਜ਼ਾਂ ਆ ਇਹ ਰੈਗੂਲਰਾਈਜ਼ ਜਿਹੜੀਆਂ ਰੱਖੋ। ਸੋ ਸਾਡਾ ਜਿਹੜਾ ਇਸ ਤੋਂ ਬਾਅਦ ਨੈਕਸਟ ਪੁਆਇੰਟ ਆਉਂਦਾ ਹੈਗਾ ਆ ਕਿ ਫਲ, ਸਲਾਦ, ਚਟਨੀ, ਜੂਸ, ਖੋਪਾ ਯਾਨੀ ਕਿ ਨਾਰੀਅਲ, ਡਰਾਈ ਫਰੂਟਸ ਜਿਹਦੇ ਵਿੱਚ ਕੱਚੀ ਮੂੰਗਫਲੀ ਆ ਜਾਂਦੀ ਆ, ਕਿਸ਼ਮਿਸ਼ ਆ ਜਾਂਦੀ ਆ ਯਾਨੀ ਕਿ ਸੋਗੀ, ਤੇ ਮੁਨੱਕਾ ਆ ਜਾਂਦਾ ਆ, ਅੰਜੀਰ ਆ ਜਾਂਦੀ ਆ, ਕਾਜੂ ਆ ਜਾਂਦੇ, ਅਖਰੋਟ ਆ ਜਾਂਦੇ, ਬਦਾਮ ਆ ਜਾਂਦੇ ਆ, ਔਰ ਬਹੁਤ ਸਾਰੇ ਇੱਦਾਂ ਦੀਆਂ ਕਹਿ ਲਓ ਛੋਟੇ ਛੋਟੇ ਬੀਜ, ਜਿਵੇਂ ਕੱਦੂ ਦੇ ਬੀਜ ਆ ਜਾਂਦੇ ਆ, ਫਿਰ ਖਜੂਰ ਆ ਜਾਂਦੀਆਂ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਸੀਂ
ਇਹਨਾਂ ਨੂੰ ਸੋਕ ਕਰਨਾ ਆ, ਮਤਲਬ ਕਿ ਖਾਣ ਤੋਂ ਥੋੜੇ ਟਾਈਮ ਪਹਿਲਾਂ, ਘੰਟਾ 2 ਘੰਟੇ ਪਹਿਲਾਂ ਜਾਂ ਅੱਧੇ ਘੰਟੇ ਪਹਿਲਾਂ ਇਹਨਾਂ ਨੂੰ ਭਿਓ ਦੇਣਾ ਹੈਗਾ। ਭਿਓ ਕੇ ਤਾਂ ਇਹਨੂੰ ਤੁਸੀਂ ਉਸ ਤੋਂ ਬਾਅਦ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਜ਼ਿਊਮ ਕਰਨਾ ਹੈਗਾ ਆ। ਇਹ ਜਿਹੜੇ ਕੱਚੇ ਖਾਣੇ ਆ ਪਰ ਭਿਓ ਕੇ ਖਾਣੇ ਆ, ਇਹ ਨਹੀਂ ਕਿ ਆਪਾਂ ਇਹਨਾਂ ਨੂੰ ਰੋਸਟ ਕਰ ਲਈਏ ਜਾਂ ਇਹਨੂੰ ਘਿਓ ਦੇ ਵਿੱਚ ਰੋਸਟ ਕਰ ਲਈਏ, ਇਹ ਚੀਜ਼ਾਂ ਬਿਲਕੁਲ ਨਾ ਕਰੋ। ਠੀਕ ਹੈ, ਨਾਰਮਲ ਜਿਹੜਾ ਫਲ, ਸਲਾਦ, ਚਟਨੀ, ਜੂਸ, ਨਾਰੀਅਲ, ਡਰਾਈ ਫਰੂਟ, ਇਹ ਚੀਜ਼ਾਂ ਜਿਹੜੀਆਂ ਤੁਸੀਂ ਜਿਹੜੀ ਤੁਹਾਨੂੰ ਐਡੀਸ਼ਨਲ ਭੁੱਖ ਲੱਗਦੀ ਆ ਉਹਦੇ ਵਿੱਚ ਇਹ ਲੈ ਸਕਦੇ ਆ। ਸੋ ਇਹਦੇ ਵਿੱਚ ਆ ਜਾਂਦਾ ਕਿ ਜਿਹੜੀਆਂ ਦਾਲਾਂ ਵੀ ਇਹਦੇ ਵਿੱਚ ਆ ਜਾਂਦੀਆਂ, ਜਿਹੜੀਆਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ, ਸਪਰਾਊਟਸ ਦੇ ਵਿੱਚ ਯੂਜ਼ ਕਰ ਸਕਦੇ ਆ। ਉਹ ਤੁਸੀਂ ਕਰ ਸਕਦੇ ਆ ਮੂੰਗ ਦੀ ਦਾਲ, ਮੂੰਗੀ ਦੀ ਜਿਹੜੀ ਹਰੀ ਵਾਲੀ ਹੁੰਦੀ ਆ, ਉਹ ਤੁਸੀਂ ਯੂਜ਼ ਕਰ ਸਕਦੇ ਆ। ਔਰ ਇਹਦੇ ਵਿੱਚ ਇਹ ਹੀ ਮੇਨ ਸਿੰਪਲ ਜੀ ਗੱਲ ਹੈਗੀ ਆ ਕਿ ਜਦੋਂ ਵੀ ਤੁਸੀਂ ਆਪਣਾ ਫੂਡ ਖਾਣਾ ਆ ਜਾਂ ਡਿਨਰ ਕਰਨਾ ਜਾਂ ਲੰਚ ਕਰਨਾ, ਉਸ ਤੋਂ ਪਹਿਲਾਂ ਜਿਹੜੇ ਆ ਇਹਨਾਂ ਦਾ ਸੇਵਨ ਜ਼ਰੂਰ ਕਰ ਲਓ। ਠੀਕ ਹੈ, ਸੈਲਡ ਜਿਹੜਾ ਆ ਉਹ ਸਪਰਾਊਟਸ ਦੇ ਵਿੱਚ ਪਾ ਕੇ ਜਿਹੜੇ ਤੁਸੀਂ ਹੈਗੇ ਆ ਉਹ ਰੈਗੂਲਰ ਖਾ ਸਕਦੇ ਆ। ਸੋ ਇਹਦੇ ਵਿੱਚ ਇਹ ਆ ਜਾਂਦਾ ਹੈਗਾ ਕਿ ਕੁਛ ਸਮਾਂ ਦੇ ਕੇ ਉਹ ਕਹਿੰਦੇ ਆ ਕਿ ਜਦੋਂ ਭੁੱਖ ਲੱਗੇ ਤਾਂ ਪੱਕਾ ਭੋਜਨ ਵੀ ਖਾ ਲਓ। ਕਹਿਣ ਦਾ ਮਤਲਬ ਇਹ ਹੈ ਕਿ ਜੇ ਤਾਂ ਤੁਸੀਂ ਇਕੱਠੇ ਵੀ ਖਾ ਸਕਦੇ ਆ ਤਾਂ ਵੀ ਕੋਈ ਦਿੱਕਤ ਨਹੀਂ, ਬਸ ਇਹ ਚੀਜ਼ ਧਿਆਨ 'ਚ ਰੱਖਣੀ ਹੈ, ਸਪਰਾਊਟਸ ਔਰ ਸੈਲਡ ਜਿਹੜੇ ਆ ਉਹ ਰੋਟੀ ਦੇ ਨਾਲ ਨਹੀਂ ਖਾਣੇ ਹੈਗੇ। ਉਹ ਤੁਸੀਂ ਪਹਿਲਾਂ ਸੈਲਡ ਖਾ ਲਓ, ਫਿਰ ਚਾਹੇ ਨਾਲ ਹੀ ਰੋਟੀ ਖਾ ਲਓ। ਅਗਰ ਤੁਹਾਨੂੰ ਲੱਗਦਾ ਹੈ ਕਿ ਹਲੇ ਮੈਂ ਥੋੜਾ ਗੈਪ ਪਾਣਾ ਆ ਤਾਂ ਇਟਸ ਯੂਅਰ ਚੋਇਸ, ਤੁਸੀਂ 10-15 ਮਿੰਟ ਦਾ ਗੈਪ ਪਾ ਕੇ ਵੀ ਜਿਹੜਾ ਖਾਣਾ ਉਹ ਖਾ ਸਕਦੇ ਆ। ਸੋ ਦ 13 point of according to Dr. Khadarwali ji, that ਸਲਾਦ ਔਰ ਚਟਨੀ ਔਰ ਜਿਹੜਾ ਜੂਸ ਹੈ, ਸੂਪ ਆ, ਸਬਜ਼ੀ ਆ, ਇਹ ਪੱਤੇ ਬਹੁਤ ਹੀ ਉੱਤਮ ਭੋਜਨ ਜਿਹੜੇ ਆ ਮੰਨੇ ਜਾਂਦੇ ਆ, ਇੱਕ ਦਵਾ ਮੰਨੀ ਜਾਂਦੀ ਆ ਇਹ। ਇਹਨਾਂ ਨੂੰ ਅੱਡ-ਅੱਡ ਖਾਓ। ਤੇ ਜਿਹੜਾ ਦੇਖੋ ਸਲਾਦ ਹੈ, ਸਲਾਦ 'ਚ ਤੁਹਾਨੂੰ ਦੱਸਿਆ ਜਾਂਦਾ ਹੈ ਕਿ 2 ਤੋਂ 3 ਤਰੀਕੇ ਦੀ, ਵੈਸੇ ਤਾਂ 4 ਤਰੀਕੇ ਦਾ ਦੱਸਿਆ ਜਾਂਦਾ, ਬਟ ਅਗਰ 4 ਤਰੀਕੇ ਦਾ ਪੋਸੀਬਲ ਨਹੀਂ ਆ ਤਾਂ ਤੁਸੀਂ 3 ਤਰੀਕੇ ਦਾ ਵੀ ਲੈ ਸਕਦੇ ਆ। ਉਹਦੇ ਵਿੱਚ ਜਿਹੜਾ ਸਲਾਦ ਆ, ਇਹਦੇ ਵਿੱਚ ਤੁਹਾਡੇ ਮੌਸਮੀ ਸਲਾਦ ਯਾਨੀ ਕਿ ਮੌਸਮੀ ਸਬਜ਼ੀਆਂ, ਇਹਦੇ ਵਿੱਚ ਤੁਹਾਡਾ ਪਿਆਜ਼ ਅਗਰ ਤੁਸੀਂ ਨਹੀਂ ਖਾ ਸਕਦੇ ਤਾਂ ਇਟਸ ਓਕੇ, ਅਦਰਵਾਈਜ਼ ਪਿਆਜ਼ ਨੂੰ ਛੋਟਾ-ਛੋਟਾ ਚੌਪ ਕਰਕੇ ਜਿਹੜਾ ਆ ਉਹ ਜ਼ਰੂਰ ਖਾ ਸਕਦੇ ਆ। ਟਮਾਟਰ ਲੈ ਲਓ, ਖੀਰਾ ਲੈ ਲਓ, ਪੁਦੀਨੇ ਦੀਆਂ ਪੱਤੀਆਂ ਲੈ ਲਓ। ਠੀਕ ਹੈ, ਇਹਨਾਂ ਨੂੰ ਮਤਲਬ ਇੱਕ ਜਿਹੜਾ ਆ ਯੂਜ਼ਫੁਲ ਸਲਾਦ ਦੀ ਤਰ੍ਹਾਂ ਜਿਹੜਾ ਯੂਜ਼ ਕਰ ਸਕਦੇ ਆ। ਫਿਰ ਇਹਦੇ ਵਿੱਚ ਚਟਨੀ ਆ ਜਾਂਦੀ ਆ, ਚਟਨੀ ਤੁਸੀਂ ਪੁਦੀਨੇ ਦੀ ਬਣਾ ਸਕਦੇ ਆ। ਠੀਕ ਹੈ ਜੀ, ਬਹੁਤ ਸਾਰੀਆਂ ਇਦਾਂ ਦੀਆਂ ਚਟਨੀਆਂ ਜਿਹੜੀਆਂ ਆ, ਬਟ ਪੁਦੀਨਾ ਇਜ਼ ਦ ਬੈਸਟ, ਸੋ ਇਹ ਤੁਸੀਂ ਹਮੇਸ਼ਾ ਬਣਾ ਕੇ ਰੱਖ ਸਕਦੇ ਆ। ਜੂਸ ਤੁਸੀਂ ਪੀ ਸਕਦੇ ਆ, ਘੀਏ ਦਾ ਪੀ ਲਓ, ਖੀਰੇ ਦਾ ਪੀ ਲਓ, ਫਰੂਟ ਦੇ ਵਿੱਚੋਂ ਤੁਸੀਂ ਅਨਾਰ ਦਾ ਪੀ ਲਓ, ਗਾਜਰਾਂ ਦਾ ਪੀ ਲਓ, ਅਕੋਰਡਿੰਗ ਟੂ ਸੀਜ਼ਨਲ ਵੈਜੀਟੇਬਲਸ ਐਂਡ ਫਰੂਟਸ। ਸੋ ਸਬਜ਼ੀ ਵਗੈਰਾ ਜਿਹੜੀ ਆ ਉਹ ਵੀ ਸੀਜ਼ਨਲੀ ਲਓ। ਤੁਹਾਨੂੰ ਦੱਸਿਆ ਜਾਂਦਾ ਆ ਬੇਤੁਕੀ ਸਬਜ਼ੀਆਂ ਨਾ ਖਾਓ ਜਿਹੜੀ ਕਿ ਮੌਸਮੀ ਨਹੀਂ ਹੈਗੀਆਂ। ਹੁਣ ਹਲੇ ਜਿਵੇਂ ਕਿ ਗੋਭੀ ਦਾ ਕੋਈ ਮੌਸਮ ਨਹੀਂ ਆ, ਲੇਕਿਨ ਕਈ ਲੋਕੀ ਇਦਾਂ ਦੇ ਆ ਜਿਹੜੇ ਨੇ ਗੋਭੀ ਖਾਣੀ ਵੀ ਸ਼ੁਰੂ ਕਰ ਦਿੱਤੀ ਆ। ਸੋ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਕਿ ਜਿਹੜੀ ਸੀਜ਼ਨਲ ਸਬਜ਼ੀ ਨਹੀਂ ਹੈਗੀ ਆ ਉਹ ਤੋਂ ਪਰਹੇਜ਼ ਕਰੋ। ਸੋ ਦ ਨੈਕਸਟ ਇਜ਼ ਇਹ ਜਿਹੜੇ ਪੱਤੇ ਹੈਗੇ, ਡਾਕਟਰ ਖਾਦਰਵਲੀ ਜੀ ਕਹਿੰਦੇ ਆ ਕਿ ਇਹ ਬਹੁਤ ਹੀ ਉੱਤਮ ਭੋਜਨ ਆ। ਉੱਤਮ ਭੋਜਨ ਮੀਨਸ ਕਿ ਇਹ ਜਿਹੜੀਆਂ ਅਸੀਂ ਅਗਰ ਰੈਗੂਲਰ ਗ੍ਰੀਨ ਲੀਫੀ ਵੈਜੀਟੇਬਲਸ ਖਾਣੇ, ਹਰੇ ਪੱਤੇਦਾਰ ਸਬਜ਼ੀਆਂ ਖਾਣੇ ਆ, ਫਰੂਟ ਖਾਣੇ ਆ, ਤੇ ਇਹ ਚੀਜ਼ਾਂ ਜਿਹੜੇ ਸਾਡੇ ਲਈ ਬਹੁਤ ਜ਼ਿਆਦਾ ਸੁਪੀਰੀਅਰ ਮੰਨੀਆਂ ਜਾਂਦੀਆਂ ਆ, ਸਾਨੂੰ ਕਦੀ ਪ੍ਰੋਬਲਮ ਜਿਹੜੀ ਕੋਈ ਆਈ ਨਹੀਂ ਸਕਦੀ। ਸੋ ਲੇਕਿਨ ਇਹਨਾਂ ਨੂੰ ਅੱਡ-ਅੱਡ ਖਾਣਾ ਆ। ਇਹ ਨਹੀਂ ਕਿ ਮੈਂ ਕਿਹਾ ਕਿ ਸਲਾਦ, ਚਟਨੀ, ਸੂਪ, ਜੂਸ ਸਭ ਕੁਝ ਜਿਹੜਾ ਇਕੱਠਾ ਪੀ ਲਓ, ਆ ਵੀ ਏਦਾਂ ਨਹੀਂ। ਇਹਦੇ ਲਈ ਤੁਸੀਂ ਇੱਕ-ਇੱਕ ਦਿਨ ਰੱਖ ਸਕਦੇ ਆ, ਇੱਕ-ਇੱਕ ਵੀਕ ਰੱਖ ਸਕਦੇ ਆ, according to consult with your dietitian or doctor. So 14th point said according to Dr. ਖਾਦਰਵਲੀ ਜੀ ਕਿ ਕੋਸ਼ਿਸ਼ ਕਰਨੀ ਆ ਕਿ ਪੱਕਿਆ ਭੋਜਨ 2 ਟਾਈਮ ਹੀ ਖਾਦਾ ਜਾਵੇ। ਇਹ ਆਪਾਂ ਆਲਰੇਡੀ ਆਪਣੀ ਡਾਈਟ ਦੇ ਵਿੱਚ ਜਦੋਂ ਕੰਸਲਟ ਕਰਦੇ ਆ ਉਹ ਡਿਸਕਸ ਕਰਦੇ ਹੀ ਹੈਗੇ ਆ ਕਿ ਜਿਹੜਾ ਪੱਕਿਆ ਭੋਜਨ ਆ, ਯਾਨੀ ਕਿ ਉਹ ਜਿਹੜਾ ਅਸੀਂ ਕੁਦਰਤੀ ਅਨਾਜ ਦਾ ਖਾਂਦੇ ਆ, ਉਹ ਜਿਹੜਾ ਆ ਉਹ 2 ਟਾਈਮ ਹੀ ਖਾਓ, ਮਤਲਬ ਲੰਚ ਔਰ ਡਿਨਰ ਦੇ ਵਿੱਚ। ਇਹ ਜਿਹੜਾ ਬ੍ਰੇਕਫਾਸਟ ਆ ਉਹ ਸਿਰਫ ਤੁਸੀਂ ਕਿਹਦਾ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ ਫਰੂਟ ਲੈ ਸਕਦੇ ਆ, ਉਹਦੇ ਵਿੱਚ ਤੁਸੀਂ ਕਾੜੇ ਲੈ ਸਕਦੇ ਆ ਯਾਨੀ ਕਿ ਹਰਬਲ ਟੀਜ਼ ਲੈ ਸਕਦੇ ਆ, ਉਹਦੇ ਵਿੱਚ ਤੁਸੀਂ ਡਰਾਈ ਫਰੂਟਸ ਲੈ ਸਕਦੇ ਆ, ਉਹਦੇ ਵਿੱਚ ਤੁਸੀਂ ਜੂਸ ਲੈ ਸਕਦੇ ਆ, ਸੂਪ ਟਾਈਪ ਕੁਝ ਲੈ ਸਕਦੇ ਆ। ਲੇਕਿਨ ਜਿਹੜਾ ਪੱਕਿਆ ਹੋਇਆ ਭੋਜਨ ਹੈਗਾ ਆ, ਇਹ ਤੁਸੀਂ ਸਿਰਫ 2 ਟਾਈਮ ਹੀ ਖਾਣਾ, ਚਾਹੇ ਉਹ ਦਲੀਆ ਹੈ, ਚਾਹੇ ਖਿਚੜੀ ਹੈ, ਚਾਹੇ ਪੂੜਾ ਹੈ, ਚਾਹੇ ਰੋਟੀ ਹੈ, ਚਾਹੇ ਬਿਰਿਆਨੀ ਹੈ, ਚਾਹੇ ਨਮਕੀਨ ਚਾਵਲਾਂ ਦੀ ਤਰ੍ਹਾਂ ਤੁਸੀਂ ਉਹਨੂੰ ਬਣਾਉਣਾ, ਵਟਐਵਰ ਜੋ ਵੀ ਤੁਸੀਂ ਉਹਦਾ ਯੂਜ਼ ਕਰਦੇ ਆ ਉਸ ਅਕੋਰਡਿੰਗ ਤੁਸੀਂ ਕਰ ਸਕਦੇ ਆ। ਲੇਕਿਨ ਬਹੁਤ ਜ਼ਿਆਦਾ ਧਿਆਨ ਰੱਖਣਾ ਕਿ ਪੱਕਿਆ ਭੋਜਨ 2 ਟਾਈਮ ਹੀ ਖਾਓ। ਜਿਨ੍ਹਾਂ ਨੇ ਹਲੇ ਸਟਾਰਟਿੰਗ ਕੀਤੀ ਆ, ਅਗਰ ਉਹਨਾਂ ਨੂੰ ਭੁੱਖ ਜ਼ਿਆਦਾ ਲੱਗਦੀ ਆ ਤਾਂ ਅਸੀਂ ਉਹਨਾਂ ਨੂੰ ਸੁਜੈਸਟ ਕਰੀਦਾ ਕਿ ਕੋਈ ਨਹੀਂ, ਤੁਸੀਂ 3 ਟਾਈਮ ਵੀ ਲੈ ਸਕਦੇ ਆ। ਲੇਕਿਨ ਹੌਲੀ-ਹੌਲੀ ਜਦੋਂ ਤੁਹਾਡੀ ਇਹ ਐਡਿਕਸ਼ਨ ਹੋ ਜਾਂਦੀ ਆ ਔਰ ਤੁਹਾਡਾ ਜਿਹੜਾ ਇੱਕ ਸੈਟਅਪ ਬਣ ਜਾਂਦਾ ਆ, ਤੇ ਉਸ ਟਾਈਮ ਤੁਸੀਂ ਇਹਨੂੰ 2 ਟਾਈਮ ਜਿਹੜਾ ਆ ਉਹ ਕਰ ਦੇਣਾ ਆ। ਸੋ 15th ਪੁਆਇੰਟ ਅਕੋਰਡਿੰਗ ਟੂ ਡਾਕਟਰ ਖਾਦਰਵਲੀ ਜੀ ਨੇ 3 ਗਰੁੱਪਾਂ 'ਚ ਅਨਾਜ ਵੰਡਿਆ ਆ।
ਇਹ ਬਹੁਤ ਵਾਰ ਡਾਕਟਰ ਆਜ਼ਾਦ ਜੀ ਵੀ ਡਿਸਕਸ ਕਰ ਚੁੱਕੇ ਆ ਤੇ ਡਾਕਟਰ ਵਿਰਕ ਜੀ ਵੀ ਡਿਸਕਸ ਕਰ ਚੁੱਕੇ ਆ ਤੇ ਅੱਜ ਮੈਂ ਵੀ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਕਿ ਡਾਕਟਰ ਖਾਦਰ ਵਲੀ ਜੀ ਨੇ ਇਹਨੂੰ ਇਹਦੇ 3 ਗਰੁੱਪ ਬਣਾਏ ਆ ਇਸ ਅਨਾਜ ਦੇ, ਜਿਹੜੇ ਕਿ ਹੈਗੇ ਆ ਜਿਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਇੱਕ ਆ ਜਾਂਦੇ ਆ ਨੈਗੇਟਿਵ, ਪੋਜ਼ਿਟਿਵ ਐਂਡ ਨਿਊਟਰਲ। ਯਾਨੀ ਕਿ ਇੱਕ ਆ ਜਾਂਦੇ ਆ ਬਿਲਕੁਲ ਹੀ ਨੈਗੇਟਿਵ ਅਨਾਜ। ਉਹ ਨੈਗੇਟਿਵ ਅਨਾਜ ਕਿਹੜੇ ਆ? ਜਿਹੜੇ ਆਪਾਂ ਬਿਲਕੁਲ ਹੀ ਅਵੋਇਡ ਕਰਾ ਦਈਦੇ ਆ, ਯਾਨੀ ਕਿ ਕਣਕ, ਮੈਦਾ, ਚੌਲ। ਇਹ ਜਿਹੜੇ ਆ ਟੋਟਲੀ ਨੈਗੇਟਿਵ ਅਨਾਜ ਆ। ਇਹਨਾਂ ਦੇ ਵਿੱਚ 0.2% ਤੱਕ ਰੇਸ਼ਾ ਹੁੰਦਾ। ਮੈਂ ਬਾਰ-ਬਾਰ ਕਈ ਵਾਰ ਦੱਸ ਚੁੱਕੀ ਹਾਂ, ਰੇਸ਼ਾ ਮੀਨਸ ਫਾਈਬਰ। ਇਹਦੇ ਵਿੱਚ 0.2% ਤੱਕ ਜਿਹੜਾ ਰੇਸ਼ਾ ਹੁੰਦਾ, ਜਿਹੜੇ ਕਿ ਸਾਡੇ ਡਾਈਜੈਸਟਿਵ ਸਿਸਟਮ, ਸਾਡੇ ਗਟ ਸਿਸਟਮ ਨੂੰ ਟੋਟਲੀ ਜਿਹੜਾ ਬਲੌਕ ਕਰ ਦਿੰਦਾ ਆ। ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿਵੇਂ ਸੜਕਾਂ ਤੇ ਅਸੀਂ ਇੱਟਾਂ ਰੱਖ ਦਈਏ ਤਾਂ ਉੱਤੇ ਅੱਗੇ ਪਾਣੀ ਦਾ ਫਲੋ ਜਿਹੜਾ ਉਹ ਨਹੀਂ ਜਾ ਸਕਦਾ, ਕਿਉਂਕਿ ਆਪਾਂ ਉਹਨਾਂ ਨੂੰ ਬਲੌਕ ਕਰ ਦਿੱਤਾ। ਸੇਮ ਏਦਾਂ ਹੀ ਆਪਾਂ ਆਪਣੀ ਜਿਹੜੀਆਂ ਫੂਡ ਪਾਈਪਸ ਆ ਜਾਂ ਅੰਦਰ ਸਾਡੀਆਂ ਛੋਟੀਆਂ ਨਾੜਾਂ, ਉਹਨਾਂ ਦੇ ਵਿੱਚ ਛੋਟੇ ਬਲੌਕੇजेस ਦੇ ਦਿੰਦੇ ਆ, ਜਿਹਦੀ ਵਜ੍ਹਾ ਨਾਲ, ਔਰ ਬਲੌਕੇजेस ਕੋਈ ਕੁਦਰਤ ਵੱਲੋਂ ਨਹੀਂ ਆਉਂਦੇ। ਕੁਦਰਤ ਤਾਂ ਤੁਹਾਡੀਆਂ ਹਮੇਸ਼ਾ ਹੀ ਤੁਹਾਡਾ ਸਾਥ ਦਿੰਦੀ ਆ ਉਹਨੂੰ ਗੁੱਡ ਫਲੋ ਕਰਾਉਣ 'ਚ ਤੁਹਾਡੇ ਬਲੱਡ ਨੂੰ, ਲੇਕਿਨ ਅਸੀਂ ਉਹਦੀਆਂ ਬਲੌਕੇजेस ਕਿੱਦਾਂ ਦੇ ਦਿੰਦੇ ਆ? ਆਪਾਂ ਕਣਕ ਖਾਂਦੇ, ਮੈਦਾ ਖਾਂਦੇ, ਚੌਲ ਖਾਂਦੇ, ਸਾਡਾ ਇਹ ਇੱਕ ਆਦਤ ਬਣੀ ਆ ਔਰ ਅਸੀਂ ਇਹ ਸੋਚਦੇ ਕਿ ਸ਼ੁਰੂ ਤੋਂ ਇਹ ਚੀਜ਼ ਦੀ ਆਦਤ ਬਣੀ ਹੈ, ਇਸ ਕਰਕੇ ਜਿਹੜਾ ਆਪਾਂ ਇਹਨੂੰ ਰੈਗੂਲਰਾਈਜ਼ ਜਿੰਨਾ ਮਰਜੀ ਹੁਣ ਜਾ ਕੇ ਕੀ ਫਰਕ ਪੈ ਜੂ, ਲੇਕਿਨ ਉਹ ਇੰਨੇ ਸਾਲਾਂ ਬਾਅਦ ਉਸ ਚੀਜ਼ ਨੇ ਤੁਹਾਨੂੰ ਇੰਨਾ ਨੈਗੇਟਿਵ ਇੰਪੈਕਟ ਦੇਣਾ ਕਿ ਤੁਸੀਂ ਆਪਰੇਸ਼ਨਸ ਤੱਕ ਪਹੁੰਚ ਜਾਂਦੇ ਆ। ਸੋ ਇਹ ਹੁੰਦੇ ਆ ਸਨਅਤੀ ਅਨਾਜ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨੈਗੇਟਿਵ ਗ੍ਰੇਨਸ। ਸੋ ਇਹ ਜਿਹੜੇ ਆ ਇੱਕ ਸਿਹਤਮੰਦ ਇਨਸਾਨ ਨੂੰ ਜਿਹੜਾ ਬਿਮਾਰ ਕਰਦੇ ਆ। ਕੁਦਰਤ ਕਦੀ ਵੀ ਤੁਹਾਨੂੰ ਬਿਮਾਰ ਪੈਦਾ ਨਹੀਂ ਕਰਦੀ। ਜਦੋਂ ਤੁਸੀਂ ਇਸ ਦੁਨੀਆ ਤੇ ਜਨਮ ਲੈਂਦੇ ਆ, ਤੁਸੀਂ ਇੱਕ ਸਿਹਤਮੰਦ ਇਨਸਾਨ ਬਣ ਕੇ ਆਉਂਦੇ ਆ। ਤੁਹਾਡੇ ਪੇਰੈਂਟਸ ਸਾਡਾ ਖਿਆਲ ਰੱਖਦੇ ਆ, ਡਾਕਟਰ ਦੇ ਅਕੋਰਡਿੰਗ ਚੱਲਦੇ। ਤੁਹਾਨੂੰ ਪਤਾ ਹੁੰਦਾ ਹੈ ਜਾਂ ਖੁਦ ਅਸੀਂ ਪੇਰੈਂਟਸ ਆ, ਸਾਨੂੰ ਪਤਾ ਹੈ ਕਿ ਅਸੀਂ ਕਿੱਦਾਂ ਆਪਣੇ ਬੱਚੇ ਦਾ ਜਿਹੜਾ ਖਿਆਲ ਰੱਖਣਾ, ਕਿਸ ਟਾਈਮ ਉਹਨੂੰ ਦਾਲ ਦੇਣੀ, ਕਿਸ ਟਾਈਮ ਉਹਨੂੰ ਦੁੱਧ ਦੇਣਾ, ਕਿਸ ਟਾਈਮ ਉਹਨੂੰ ਅਸੀਂ ਪਾਣੀ ਦੇ ਸਕਦੇ, ਕਿੰਨੇ ਮਹੀਨਿਆਂ ਬਾਅਦ ਜਿਹੜਾ ਹੈਗਾ ਉਹਨੂੰ ਆਪਾਂ ਪ੍ਰੋਪਰ ਡਾਈਟ ਦੇ ਸਕਦੇ, ਕਿੰਨੇ ਸਾਲਾਂ ਬਾਅਦ ਉਹਨੂੰ ਕਿੱਦਾਂ ਉਹਦੀ ਡਾਈਟ ਜਿਹੜੀ ਰੈਗੂਲਰਾਈਜ਼ ਕਰ ਸਕਦੇ ਆ। ਸੇਮ ਐਜ਼ ਇਟ ਇਜ਼ ਕੁਦਰਤ ਨੇ ਇੱਕ ਨਿਯਮ ਬਣਾ ਦਿੱਤਾ। ਹੌਲੀ ਆਪਾਂ ਕੀ ਕਰਦੇ ਆ? ਉਹਨਾਂ ਨੂੰ ਪੈਕੇजेस ਫੂਡ ਤੇ ਲੈ ਆਉਂਦੇ ਆ। ਉਹਨਾਂ ਨੂੰ ਕਹਿੰਦੇ ਆ, ਬੱਚਾ ਜ਼ਿੱਦ ਕਰਦਾ, ਆਪਾਂ ਨੂੰ ਲੇਸ ਖਿਲਾ ਦਿੰਦੇ ਆ, ਠੀਕ ਹੈ ਤੁਸੀਂ ਅੱਜ 버ਗਰ ਖਾ ਲਓ, ਪੀਜ਼ਾ। ਹੌਲੀ ਉਹਦੀ ਇਹ ਚੀਜ਼ਾਂ ਦੀਆਂ ਜਿਹੜੀਆਂ ਐਡਿਕਸ਼ਨਸ ਆ ਉਹ ਦਿਨ ਬਰ ਦਿਨ ਜਿਹੜੀਆਂ ਵੱਧਦੀਆਂ ਜਾਂਦੀਆਂ। ਤੇ ਇਹਦੇ ਵਿੱਚ ਜਿਹੜਾ ਫਿਰ ਅਸੀਂ ਕਹਿੰਦੇ ਕਿ ਅਸੀਂ ਤਾਂ ਆਪਣੇ ਬੱਚੇ ਨੂੰ ਜਾਂ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਮੇਨਟੇਨ ਰੱਖਿਆ ਆ। ਤੁਸੀਂ ਇਹਦੇ ਵਿੱਚ ਸਭ ਤੋਂ ਵੱਡਾ ਧੋਖਾ ਜਿਹੜਾ ਆਪਣੇ ਨਾਲ ਹੀ ਕੀਤਾ ਆ, ਕਿਉਂਕਿ ਕੁਦਰਤ ਨੇ ਕਦੀ ਵੀ ਤੁਹਾਨੂੰ ਜਿਹੜਾ ਆ ਅਨਹੈਲਦੀ ਪੈਦਾ ਨਹੀਂ ਕੀਤਾ ਸੀਗਾ। ਤੁਸੀਂ ਖੁਦ ਇਸ ਦੁਨੀਆ ਦੇ ਵਿੱਚ ਆ ਕੇ ਕਹਿ ਲਓ ਕਿ ਇਸ ਦੁਨੀਆ ਦੀਆਂ ਅਟਰੈਕਸ਼ਨਸ ਜਿਹੜੀਆਂ ਕਿ ਖਾਣ ਪੀਣ ਦੀਆਂ ਚੀਜ਼ਾਂ, ਉਹਦੇ ਵਿੱਚ ਇੰਨਾ ਅਸੀਂ ਸਾਨੂੰ ਲੱਗਦਾ ਕਿ ਇਹ ਚੀਜ਼ਾਂ ਇੰਨੀਆਂ ਟੇਸਟ ਵਾਲੀਆਂ ਹੈਗੀਆਂ, ਡਿਲੀਸ਼ੀਅਸ ਫੂਡ ਜਿਹਨੂੰ ਕਹਿ ਦਿੰਦੇ ਆ। ਸੋ ਆਪਣੇ ਉਹਨੂੰ ਐਡਿਕਸ਼ਨ ਬਣਾ ਲਈ ਆ, ਜਿਹਦੇ ਕਰਕੇ ਜਿਹੜੇ ਸਨਅਤੀ ਅਨਾਜ ਹੈ, ਯਾਨੀ ਕਿ ਨੈਗੇਟਿਵ ਗ੍ਰੇਨਸ ਹੈਗੇ ਆ, ਉਹਨਾਂ ਨੇ ਸਾਨੂੰ ਸਿਹਤਮੰਦ ਤੋਂ ਬਿਮਾਰ ਕਰ ਦਿੱਤਾ ਹੈ। ਸੋ ਸੈਕਿੰਡ ਇਹਦੇ ਵਿੱਚ ਆ ਜਾਂਦੇ ਆ ਨਿਊਟਰਲ ਯਾਨੀ ਕਿ ਜਿਹੜੇ ਕਿ ਬਿਲਕੁਲ ਸੈਂਟਰ ਵਾਲੇ ਅਨਾਜ ਹੈ। ਨਿਊਟਰਲ ਅਨਾਜ ਆ ਜਾਂਦੇ ਆ ਜਿਵੇਂ ਕਿ ਨਿਊਟਰਲ ਗ੍ਰੇਨਸ। ਇਹਦੇ ਵਿੱਚ ਆ ਜਾਂਦਾ ਮੱਕੀ, ਜਵਾਰ, ਬਾਜਰਾ, ਰਾਗੀ ਯਾਨੀ ਤੇ ਚਨੇ। ਤੁਸੀਂ ਇਹਨਾਂ ਦਾ ਆਟਾ ਖਾ ਲਓ, ਤੁਸੀਂ ਇਹਨਾਂ ਦੇ ਦਾਣੇ ਖਾ ਲਓ, ਦੈਟ ਇਜ਼ ਨਿਊਟਰਲ। ਯਾਨੀ ਕਿ ਮੱਕੀ ਦਾ ਆਟਾ, ਜਵਾਰ ਦਾ ਆਟਾ, ਬਾਜਰੇ ਦਾ, ਰਾਗੀ ਦਾ, ਚਨੇ ਦਾ ਆਟਾ, ਇਟ ਇਜ਼ ਗੁੱਡ। ਜਿਵੇਂ ਹੁਣ ਰਾਗੀ ਆ, ਇਟ ਇਜ਼ ਰਿਚ ਇਨ ਕੈਲਸ਼ੀਅਮ, ਬਟ ਇਹ ਆਪਾਂ ਰੈਗੂਲਰ ਨਹੀਂ ਲੈ ਸਕਦੇ, ਠੀਕ ਹੈ। ਇਹ ਇੱਕ ਸਿਹਤਮੰਦ ਇਨਸਾਨ ਆ, ਉਹ ਜਿਹੜਾ ਆ ਉਹ ਸਿਹਤਮੰਦ ਹੀ ਰਹਿੰਦਾ ਆ, ਠੀਕ ਹੈ। ਇਹਦੇ ਨਾਲ ਨਾ ਤਾਂ ਕੋਈ ਬਿਮਾਰੀ ਕਹਿ ਲਓ ਪ੍ਰੋਪਰ ਢੰਗ ਨਾਲ ਠੀਕ ਹੁੰਦੀ ਆ, ਤੇ ਨਾ ਹੀ ਜਿਹੜਾ ਇੱਕ ਸਿਹਤਮੰਦ ਇਨਸਾਨ ਆ ਉਹ ਬਿਮਾਰ ਹੁੰਦਾ ਆ। ਇੱਕ ਹੈਲਦੀ ਇਨਸਾਨ ਆ, ਤੁਸੀਂ ਆ ਜਾਂ ਮੈਂ ਆ, ਆਪਾਂ ਇਹ ਜਿਹੜੇ ਆ ਖਾ ਸਕਦੇ, ਬਟ ਨਾਟ ਐਜ਼ ਰੈਗੂਲਰ। ਇੱਕ ਸਿਹਤਮੰਦ ਇਨਸਾਨ ਆ ਉਹ ਸਿਹਤਮੰਦ ਹੀ ਰਹੂਗਾ। ਸੋ ਥਰਡ ਪੁਆਇੰਟ ਆ ਜਾਂਦਾ ਸਾਡਾ, ਸੈਕਿੰਡ ਪੁਆਇੰਟ ਨਿਊਟਰਲ, ਤੁਸੀਂ ਸਮਝ ਹੀ ਗਏ। ਨਿਊਟਰਲ ਮੀਨਸ ਨਿਊਟਰਲ, ਜਿਹੜਾ ਕਿ ਨਾ ਬੈਡ ਲਾਈਫ ਸਟਾਈਲ ਵੱਲ ਨੂੰ ਜਾਂਦਾ ਆ, ਤੇ ਨਾ ਜਿਹੜਾ ਆ ਉਹ ਬਹੁਤ ਜ਼ਿਆਦਾ ਸੁਪੀਰੀਅਰ ਹੈਲਦੀ ਵੱਲ ਨੂੰ ਜਾਂਦਾ। ਇੱਕ ਨਾਰਮਲ ਹੈਲਦੀ ਜਿਹੜਾ ਲਾਈਫ ਸਟਾਈਲ ਸਾਡਾ ਰੈਗੂਲਰ ਚੱਲਦਾ, ਇਹ ਉਹਦੇ ਵਿੱਚ ਹੀ ਰਹਿੰਦਾ। ਸੋ ਨੈਕਸਟ ਸਾਡਾ ਇਹਦੇ ਵਿੱਚ ਆਉਂਦਾ ਆ ਪੋਜ਼ਿਟਿਵ ਗ੍ਰੇਨ, ਯਾਨੀ ਕਿ ਮੂਲ ਅਨਾਜ, ਕੁਦਰਤੀ ਅਨਾਜ ਜਿਹਨਾਂ ਨੂੰ ਆਪਾਂ ਕਹਿ ਦਿੰਦੇ। ਇਹਦੇ ਵਿੱਚ ਆ ਜਾਂਦਾ ਕੰਗਨੀ, ਸਵਾਂਗ, ਹਰੀ ਕੰਗਨੀ, ਕੋਦਰਾ, ਕੁਟਕੀ। ਇਹ 5 ਤਰੀਕੇ ਦੇ ਜਿਨ੍ਹਾਂ ਦੇ ਵਿੱਚ ਜਿਹੜਾ ਰੇਸ਼ਾ ਹੈਗਾ ਉਹ 12% ਤੱਕ ਹੁੰਦਾ, ਯਾਨੀ ਕਿ ਇਹਦੇ ਵਿੱਚ ਫਾਈਬਰ ਜਿਹੜਾ ਉਹ 12% ਤੱਕ ਹੁੰਦਾ, ਜਿਹੜਾ ਸਾਡੇ ਗਟ ਸਿਸਟਮ ਨੂੰ ਇੰਨਾ ਕੁ ਹੈਲਦੀ ਕਰ ਦਿੰਦਾ ਆ
ਆ, ਜਿਹਦੇ ਨਾਲ ਜਿਹੜੀ ਸਾਡੀ ਡਾਈਜੈਸ਼ਨ ਆ ਉਹ ਕਦੀ ਵੀ ਜਿਹੜੀ ਆ ਉਹ ਖਰਾਬ ਨਹੀਂ ਹੁੰਦੀ। ਸੋ ਇਹਦੇ ਵਿੱਚ ਜਿਹੜਾ ਆ ਕਿ ਇੱਕ ਬਿਮਾਰ ਤੋਂ ਬਿਮਾਰ ਇਨਸਾਨ ਵੀ ਜਿਹੜਾ ਆ ਇਹਦੇ ਵਿੱਚ ਇੰਨੀ ਸਟਰੈਂਥ, ਇੰਨੀ ਤਾਕਤ ਆ ਕਿ ਜਿਹੜਾ ਬਿਮਾਰ ਇਨਸਾਨ ਆ ਉਹਨੂੰ ਸਿਹਤ ਬਖਸ਼ਣ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਹੱਥ ਹੈਗਾ। ਇੱਕ ਇਨਸਾਨ ਆ ਉਹ ਡਾਇਲਿਸਿਸ ਕਰਾ ਰਿਹਾ, ਉਹਦਾ ਮਹੀਨੇ ਦੇ ਵਿੱਚ 8 ਵਾਰ ਡਾਇਲਿਸਿਸ ਹੋ ਰਹੀ ਆ, ਮਤਲਬ ਕਿ ਹਫਤੇ ਦੇ ਵਿੱਚ 2 ਵਾਰ। ਉਹਦੇ ਵਿੱਚ ਇੰਨੀ ਤਾਕਤ ਹੈ ਕਿ ਇਹ ਉਹਨੂੰ ਘਟਾਉਂਦੇ ਬੰਦੇ ਨੂੰ ਜਿਹੜੀ ਆ ਡਾਇਲਿਸਿਸ ਤੋਂ ਬਿਲਕੁਲ ਫ੍ਰੀ ਕਰ ਦਿੰਦੀ। ਔਰ ਇਦਾਂ ਦੇ ਕੇਸਿਸ ਅਸੀਂ ਆਪਣੇ ਅੱਖੋਂ ਦੇਖੀ ਜਿਹੜੇ ਆ ਦੇਖੇ ਹੈਗੇ ਆ, ਔਰ ਬਹੁਤ ਸਾਰੇ ਲੋਕਾਂ ਨੇ ਇਹਨਾਂ ਨੂੰ ਰਿਕਵਰ ਕੀਤਾ ਆ with the process of naturopathy। ਸੋ ਜਿੱਦਾਂ ਆਪਾਂ ਇੱਕ ਰੱਬ ਤੇ ਵਿਸ਼ਵਾਸ ਰੱਖਦੇ ਹਾਂ, ਇਸ ਤਰੀਕੇ ਨਾਲ ਤੁਸੀਂ ਇਸ ਕੁਦਰਤੀ ਢੰਗ ਤੇ ਵਿਸ਼ਵਾਸ ਰੱਖ ਕੇ ਅਗਰ ਸ਼ੁਰੂਆਤ ਕਰੋਗੇ ਤਾਂ ਇਹ ਤੁਹਾਨੂੰ ਕਦੀ ਵੀ ਨੈਗੇਟਿਵ ਨਹੀਂ ਹੋਣ ਦਿੰਦੇ। ਸੋ ਅੱਜ ਦੇ ਤੁਹਾਨੂੰ ਜਿਹੜੇ 3 ਗਰੁੱਪਸ ਆ ਡਾਕਟਰ ਖਾਦਰਵਲੀ ਅਨੁਸਾਰ ਤੁਹਾਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਇੱਕ ਨੈਗੇਟਿਵ, ਨਿਊਟਰਲ ਐਂਡ ਪੋਜ਼ਿਟਿਵ 3 ਗਰੁੱਪਸ ਆਉਂਦੇ ਆ। ਨੈਗੇਟਿਵ ਦੇ ਵਿੱਚ ਕਿਹੜੇ ਨਾ ਜਾਂਦੇ, ਨਿਊਟਰਲ ਦੇ ਵਿੱਚ ਕਿਹੜੇ ਆਉਂਦੇ ਆ, ਔਰ ਪੋਜ਼ਿਟਿਵ ਦੇ ਵਿੱਚ ਕਿਹੜੇ ਆਉਂਦੇ ਆ। ਸੋ ਜਿਹੜੇ ਨਿਊਟਰਲ ਦੇ ਵਿੱਚ ਜਿਹੜਾ ਰੇਸ਼ਾ ਆ ਉਹ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਲਓ ਕਿ 6 ਤੋਂ 7% ਤੱਕ ਹੁੰਦਾ ਹੈ। ਇਟ ਇਜ਼ ਨਾਟ ਸੋ ਵੈਰੀ ਸੁਪੀਰੀਅਰ। ਸੋ ਇਸ ਕਰਕੇ ਕੋਸ਼ਿਸ਼ ਕਰੋ ਰੈਗੂਲਰ 5 ਜਿਹੜੇ ਮਿਲਟਸ ਦਾ ਮੂਲ ਅਨਾਜ ਆ ਉਹਨਾਂ ਨੂੰ ਲੈਣ ਦੀ, ਜਿਹੜੀ ਸ਼੍ਰੀ ਧਾਨਿਆ ਵੱਲੋਂ ਦਿੱਤੇ ਗਏ ਆ। ਸੋ ਡਾਕਟਰ ਖਾਦਰਵਲੀ ਜੀ ਨੇ ਇਸ ਨੂੰ ਜਿਹੜਾ ਆ ਇੱਕ ਮੈਂ ਤੁਹਾਨੂੰ ਹੋਰ ਪੁਆਇੰਟ ਜਿਹੜਾ ਡਿਸਕਸ ਕਰਨਾ ਚਾਹੁੰਦੀ ਆ ਕਿ ਬਟ ਉਹਨੂੰ ਆਪਾਂ ਲਾਸਟ ਦੇ ਵਿੱਚ ਡਿਸਕਸ ਕਰਾਂਗੇ, ਪਰ ਪਹਿਲਾਂ ਆਪਾਂ ਆਪਣੇ 16 ਪੁਆਇੰਟ ਤੇ ਆਉਂਦੇ ਆ ਕਿ ਕੋਈ ਵੀ ਜਿਹੜੀ ਐਲੋਪੈਥਿਕ ਮੈਡੀਸਨ ਆ ਜੇਕਰ ਤਾਂ ਉਹ ਪਹਿਲਾਂ ਚੱਲ ਰਹੀ ਆ ਤਾਂ ਉਸਨੂੰ ਆਪਾਂ ਹੌਲੀ ਹੌਲੀ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ। ਅਦਰਵਾਈਜ਼ ਅਗਰ ਤੁਹਾਨੂੰ ਕੋਈ ਛੋਟਾ ਜਿਹਾ ਵਾਇਰਲ ਫੀਵਰ, ਫਲੂ ਹੁੰਦਾ ਆ, ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਡਾਕਟਰ ਜਾਂ ਡਾਈਟੀਸ਼ੀਅਨ ਨਾਲ ਕੰਸਲਟ ਕਰਕੇ ਉਹਨੂੰ ਫੂਡ ਦੇ ਨਾਲ ਹੀ ਠੀਕ ਕਰੋ। ਕੋਈ ਵੀ ਜਿਹੜੇ ਆ ਜਿਹੜੀਆਂ ਇਹਦੀਆਂ ਇੰਨੀਆਂ ਸਾਰੀਆਂ ਪੋਟਲੀਆਂ ਦਵਾਈਆਂ ਦੀ ਬਣਾ ਕੇ ਘਰ ਨਾ ਲੈ ਆਓ। ਸਿੱਧਾ ਤੁਸੀਂ ਕਹਿ ਲਓ 1000-1500 ਰੁਪਏ ਜਿਹੜਾ ਖਰਚ ਕੇ ਆ ਜਾਂਦੇ ਆ। ਕੋਸ਼ਿਸ਼ ਕਰੋ ਕਿ ਇਹ ਚੀਜ਼ਾਂ ਜਿਹੜੀਆਂ ਆ ਉਹ ਬਿਲਕੁਲ ਵੀ ਨਾ ਕਰੋ, ਠੀਕ ਆ। ਕੋਈ ਵੀ ਐਲੋਪੈਥੀ ਮੈਡੀਸਨ ਤੇ ਡਿਪੈਂਡ ਨਾ ਹੋਵੋ। ਇਟ ਇਜ਼ ਨੋਟ ਸੋ ਵੈਰੀ ਗੁੱਡ। ਕੋਈ ਵੀ ਐਲੋਪੈਥਿਕ ਮੈਡੀਸਨ ਜਿਹੜੀ ਆ ਉਹ ਸਾਨੂੰ ਜਿਹੜਾ ਠੀਕ ਨਹੀਂ ਕਰ ਸਕਦੀ। ਸੋ ਮੇਰੀ ਇੱਕ ਬਹੁਤ ਛੋਟੀ ਜਿਹੀ ਰਿਕੁਐਸਟ ਆ ਤੁਹਾਡੇ ਨਾਲ ਕਿ ਅਗਰ ਤਾਂ ਕੋਈ ਐਲੋਪੈਥਿਕ ਮੈਡੀਸਨ ਸਾਡੀਆਂ ਪਹਿਲਾਂ ਤੋਂ ਚੱਲ ਰਹੀਆਂ ਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਉਹਨੂੰ ਹੌਲੀ ਹੌਲੀ ਕਰਕੇ ਜਿਹੜਾ ਆ ਆਪਾਂ ਉਹਨੂੰ ਖਤਮ ਕਰ ਦੇਣੀ ਆ। ਲੇਕਿਨ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਛੋਟਾ ਜਿਹਾ ਫਲੂ, ਵਾਇਰਲ ਇਨਫੈਕਸ਼ਨਸ, ਇਹਨਾਂ ਚੀਜ਼ਾਂ ਤੇ ਭੱਜ ਕੇ ਫਟਾਫਟ ਡਾਕਟਰ ਕੈਮਿਸਟ ਦੇ ਕੋਲ ਬਿਲਕੁਲ ਨਾ ਜਾਓ, ਕਿਉਂਕਿ ਐਲੋਪੈਥਿਕ ਅੱਜ ਅਸੀਂ ਚਾਹੇ ਇੱਕ ਖਾ ਰਹੇ ਹਾਂ ਜਾਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ, ਉਹਨੇ ਕੱਲ ਬਹੁਤ ਵੱਡਾ ਨੁਕਸਾਨ ਕਰਨਾ ਆ ਲੀਵਰ ਤੇ, ਕਿਡਨੀਜ਼ ਤੇ। ਸੋ ਅੱਜ ਦੀ ਇੱਕ ਗੋਲੀ ਕੱਲ ਜਿਹੜੀ ਆ ਉਹ ਸਾਡੇ ਲਈ ਬਹੁਤ ਜ਼ਿਆਦਾ ਬੁਰਾ ਇੰਪੈਕਟ ਪਾਉਣ ਵਾਲੀ ਆ। ਸੋ ਕੋਸ਼ਿਸ਼ ਕਰੋ ਕਿ ਘਰ ਹੀ ਜਿਹੜੇ ਦੇਸੀ ਢੰਗ ਆ ਉਹਨਾਂ ਨੂੰ ਡਿਸਕਸ ਕਰ ਲਓ ਆਪਣੇ ਕੰਸਲਟੈਂਟ ਨਾਲ, ਜਾਂ ਫਿਰ ਜਿਹੜੇ ਹੈਗੇ ਆ ਕੋਸ਼ਿਸ਼ ਕਰੋ ਕਿ ਉਹਨੂੰ ਹਰਬਲ ਚੀਜ਼ਾਂ ਨਾਲ ਹੀ ਠੀਕ ਕੀਤਾ ਜਾਵੇ। ਜਿਨ੍ਹਾਂ ਨੇ ਤਾਂ ਸਟਾਰਟ ਕਰਨੀ ਆ ਔਰ ਜਿਹੜੇ ਕਰ ਰਹੇ ਆ ਐਲੋਪੈਥੀ ਆਲਰੇਡੀ ਲੈ ਰਹੇ ਆ, ਉਹਨਾਂ ਨੂੰ ਮੈਂ ਦੱਸ ਦਿੱਤਾ ਕਿ ਆਪਾਂ ਇਸ ਪ੍ਰੋਸੈਸ ਨਾਲ ਹੌਲੀ ਹੌਲੀ ਕਰਕੇ ਉਹਨੂੰ ਜਿਹੜਾ ਆ ਸਾਈਡ ਤੇ ਕਰ ਦੇਵਾਂਗੇ। ਸੋ ਅੱਜ ਦੇ 16 ਪੁਆਇੰਟ ਤਾਂ ਡਾਕਟਰ ਖਾਦਰਵਲੀ ਵੱਲੋਂ ਇਹੀ ਕਹਿੰਦੇ ਸੀਗੇ ਕਿ ਤੁਸੀਂ ਜਿਹੜੇ ਆ ਇਹਨਾਂ ਚੀਜ਼ਾਂ ਤੋਂ ਕਿਵੇਂ ਪਰਹੇਜ਼ ਕਰਨਾ, ਕਿੰਨੀਆਂ ਚੀਜ਼ਾਂ ਜਿਹੜੀਆਂ ਸਾਡੇ ਲਈ ਬਿਲਕੁਲ ਵੀ ਚੰਗੀਆਂ ਨਹੀਂ ਹੈਗੀਆਂ। ਪਰ ਲਾਸਟ ਤੇ ਇੱਕ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਤੁਹਾਨੂੰ ਅੱਜ ਦੱਸਣ ਜਾ ਰਹੀ ਹਾਂ। ਹੋਪ ਸ਼ਾਇਦ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੋਵੇ, ਲੇਕਿਨ ਇਹ ਚੀਜ਼ ਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਸ਼੍ਰੀ ਧਾਨਿਆ ਮਿਲਟਸ ਆਪਾਂ ਇਹਨਾਂ ਨੂੰ ਕਿਉਂ ਕਹਿੰਦੇ ਆ, ਕਿਉਂ ਇਹਨਾਂ 'ਚ ਫਰਕ ਕੀ ਆ। ਕੁਦਰਤੀ ਅਨਾਜ ਵੀ ਕਹਿੰਦੇ, ਮੂਲ ਅਨਾਜ ਵੀ ਕਹਿੰਦੇ, ਲੇਕਿਨ ਸ਼੍ਰੀ ਧਾਨਿਆ ਅਨਾਜ ਜਿਹੜੇ ਕੁਦਰਤੀ ਅਨਾਜ ਆ, ਮੂਲ ਅਨਾਜ ਆ ਜਾਂ ਮਿਲਟਸ ਆ, ਇਹਨਾਂ ਨੂੰ ਸ਼੍ਰੀ ਧਾਨਿਆ ਹੀ ਕਹਿੰਦੇ ਆ। ਸ਼੍ਰੀ ਧਾਨਿਆ ਡਾਕਟਰ ਖਾਦਰਵਲੀ ਜੀ ਨੇ ਇਸ ਨਾਮ ਦਾ ਜਿਹੜਾ ਕਹਿ ਰਿਸਰਚ ਕਰਕੇ ਰੱਖਿਆ ਸੀਗਾ। ਡਾਕਟਰ ਖਾਦਰਵਲੀ ਨੇ ਇਸ ਨੂੰ ਸਤਿਕਾਰ ਦੇ ਨਾਲ ਸ਼੍ਰੀ ਧਾਨਿਆ ਦਾ ਨਾਮ ਦਿੱਤਾ ਸੀ, ਕਿਉਂਕਿ ਇਹਨੂੰ ਖਾਣ ਦੇ ਨਾਲ ਜਿਹੜਾ ਇੱਕ ਬਿਮਾਰ ਵਿਅਕਤੀ ਆ ਉਹ ਤੰਦਰੁਸਤ ਹੋ ਜਾਂਦਾ। ਇਹ ਜਿਹੜੀ ਨਾਮ ਦੀ ਜਿਹੜੀ ਕਹਿ ਲਓ ਸਰਚ ਹੈਗੀ ਆ ਡਾਕਟਰ ਖਾਦਰਵਲੀ ਵੱਲੋਂ ਜੀ ਹੈਗੀ ਆ, ਉਹਨਾਂ ਨੇ ਜਿਹੜਾ ਇਹਦਾ ਸ਼੍ਰੀ ਧਾਨਿਆ ਮਤਲਬ ਸ਼੍ਰੀ ਉਹਨੂੰ ਇੱਕ ਰਿਸਪੈਕਟ ਦਿੱਤੀ ਗਈ ਆ। ਧਾਨਿਆ ਮੀਨਸ ਕਿ ਜਿਹੜਾ ਇੱਕ ਬਿਮਾਰ ਇਨਸਾਨ ਆ ਉਹਨੂੰ ਤੰਦਰੁਸਤ ਰੱਖਣ ਦੀ, ਤੰਦਰੁਸਤ ਕਰਨ ਦੀ ਜਿਹੜੀ ਇੰਨੀ ਸ਼ਮਤਾ ਰੱਖਦਾ ਆ, ਤੇ ਉਹਨਾਂ ਨੇ ਜਿਹੜਾ ਐਜ਼ ਰਿਸਪੈਕਟਫੁਲੀ ਆਪਾਂ ਕਿਸੇ ਨੂੰ ਸ਼੍ਰੀਮਾਨ ਜਾਂ ਸ਼੍ਰੀਮਤੀ ਜਾਂ ਸ਼੍ਰੀ ਲਗਾ ਕੇ ਉਹਦਾ ਰਿਸਪੈਕਟ ਕਰਦੇ ਆ। ਡਾਕਟਰ ਖਾਦਰਵਲੀ ਜੀ ਨੇ ਇਹਨਾਂ ਮੂਲ ਅਨਾਜਾਂ, ਇਹਨਾਂ ਕੁਦਰਤੀ ਅਨਾਜਾਂ ਨੂੰ ਸ਼੍ਰੀ ਲਗਾ ਕੇ ਇੱਡਾ ਵੱਡਾ ਜਿਹੜਾ ਸਤਿਕਾਰ ਬਖਸ਼ਿਆ ਆ, ਕਿਉਂਕਿ ਉਹਨਾਂ ਨੇ ਇਹਦੇ ਰਿਜ਼ਲਟਸ ਜਿਹੜੇ ਆ ਕਈ ਸਾਲਾਂ ਤੇ ਪ੍ਰੈਕਟਿਸ 'ਚ ਦੇਖੇ ਹੈਗੇ ਆ। ਤੇ
ਸਾਨੂੰ ਵੀ ਇਸ ਚੀਜ਼ ਦੇ ਵਿੱਚ ਆਏ ਹੋਏ 3 ਤੋਂ 4 ਸਾਲ ਹੋ ਚੱਲੇ ਹੈ ਔਰ ਅਸੀਂ ਜਿਹੜੇ ਰੈਗੂਲਰ ਆ ਇਹਦੇ ਇੰਪੈਕਟ ਜਿਹੜੇ ਆ ਪੋਜ਼ਿਟਿਵ ਹੀ ਦੇਖ ਰਹੇ ਆ ਇਹਦਾ ਕੋਈ ਸਾਈਡ ਇਫੈਕਟ ਅੱਜ ਤੱਕ ਸਾਡੇ ਸਾਹਮਣੇ ਨਹੀਂ ਆਇਆ, ਕੋਈ ਨੈਗੇਟਿਵ ਪੁਆਇੰਟ ਇਹਦਾ ਸਾਹਮਣੇ ਨਹੀਂ ਆਇਆ। ਸੋ ਇਟ ਇਜ਼ ਵੈਰੀ ਪ੍ਰਾਊਡਫੁਲੀ ਸੇਜ਼ ਦੈਟ ਕਿ ਡਾਕਟਰ ਖਾਦਰ ਵਲੀ ਨੇ ਜਿਹੜਾ ਇਹਦਾ ਨਾਮ ਆ ਬੜਾ ਸੋਚ ਸਮਝ ਕੇ ਡਿਵੈਲਪ ਕੀਤਾ ਹੈ ਕਿ ਸ਼੍ਰੀ ਤਾਨਿਆ ਮਿਲਟ, ਯਾਨੀ ਕਿ ਸ਼੍ਰੀ ਇਜ਼ ਦਾ ਰਿਸਪੈਕਟਫੁਲ ਆਫ ਦਿਸ ਮਿਲਟਸ ਐਂਡ ਮਿਲਰ ਤਾਨਿਆ ਆ ਜਾਂਦਾ ਕਿ ਤੁਸੀਂ ਜਿਵੇਂ ਆਪਾਂ ਕਹਿੰਦੇ ਧੰਨ ਧੰਨ ਹੋ ਗਏ, ਮੀਨਸ ਕਿ ਇੱਕ ਬਿਮਾਰ ਵਿਅਕਤੀ ਜਿਹੜਾ ਆ ਇੰਨੀ ਤਾਕਤ ਆ ਕਿ ਉਹ ਜਿਹੜਾ ਬੈੱਡ ਨਾਲ ਲੱਗਿਆ ਇਨਸਾਨ ਆ ਉਹਨੂੰ ਖੜਾ ਕਰਕੇ ਬਿਲਕੁਲ ਤੰਦਰੁਸਤ ਕਰਕੇ ਜਿਹੜੀ ਉਹਦੇ ਵਿੱਚ ਇੰਨੀ ਜਿਹੜੀ ਤਾਕਤ ਹੈਗੀ ਆ ਕਿ ਉਹਨੂੰ ਤੰਦਰੁਸਤ ਕਰ ਸਕਦਾ ਆ। ਸੋ ਅੱਜ ਦਾ ਇੱਕ ਬਹੁਤ ਹੀ ਪ੍ਰਾਊਡਫੁਲੀ ਮੂਮੈਂਟ ਤੁਹਾਨੂੰ ਮੈਂ ਸ਼ੇਅਰ ਕੀਤਾ ਹੈਗਾ। ਹੋਪ ਤੁਹਾਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਹੋਗੀਆਂ। ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਲੱਗਿਆ ਔਰ ਜਿਨ੍ਹਾਂ ਨੂੰ ਪਤਾ ਸੀ ਉਹ ਖੁਦ ਹੀ ਪ੍ਰਾਊਡ ਫੀਲ ਕਰਦੇ ਹੋਣੇ ਆ ਕਿ ਇਹ ਮਿਲਟਸ ਕਿੰਨੇ ਕੁ ਜ਼ਿਆਦਾ ਯੂਜ਼ਫੁਲ ਆ ਸਾਡੀ ਬੋਡੀ ਲਈ। ਤੇ ਇਸ ਅਸੀਂ ਛੋਟੇ ਬੱਚੇ ਤੋਂ ਲੈ ਕੇ ਯਾਨੀ ਮਹੀਨਿਆਂ ਦੇ ਬੱਚੇ ਤੋਂ ਚਾਹੇ ਕੋਈ 9 ਮਹੀਨੇ ਦਾ ਬੱਚਾ ਆ 8 ਮਹੀਨੇ ਦਾ ਬੱਚਾ ਆ ਇਤੋਂ ਆਪਾਂ ਕਿਵੇਂ ਸਟਾਰਟ ਕਰ ਸਕਦੇ ਆ ਮਿਲਟਸ ਬੱਚਿਆਂ ਦੀ ਡਾਈਟ ਦੇ ਵਿੱਚ। ਔਰ ਲਾਸਟ ਜਿਹੜਾ ਟਾਈਮ ਆ ਜਾਂਦਾ ਬਜ਼ੁਰਗਾਂ ਤੱਕ ਦਾ ਉਹ ਕੋਈ ਵੀ ਟਾਈਮ ਆ 95 ਦੀ ਏਜ ਆ 100 ਦੀ ਏਜ ਆ 80 ਦੀ ਏਜ ਆ ਉਹਦੇ ਤੱਕ ਆਪਾਂ ਇਹ ਮਿਲਟਸ ਜਿਹੜੇ ਰੈਗੂਲਰਾਈਜ਼ ਕਰ ਸਕਦੇ ਆ। ਸੋ ਅੱਜ ਦੇ 16 ਪੁਆਇੰਟਸ ਬਹੁਤ ਹੀ ਮਜ਼ੇਦਾਰ ਸੀ ਔਰ ਬਹੁਤ ਹੀ ਵਧੀਆ ਸੀ ਔਰ ਸਪੈਸ਼ਲੀ ਇਹਨਾਂ ਨੂੰ ਅਪਲਾਈ ਕਰ ਲੂੰਗੇ ਤਾਂ ਮੈਂ ਤੁਹਾਨੂੰ ਅੱਜ ਇਹ ਚੀਜ਼ ਬਹੁਤ ਹੀ ਦਾਅਵੇ ਨਾਲ ਕਹਿ ਦਿੰਦੀ ਆ ਕਿ ਬਹੁਤ ਜਲਦੀ ਆਪਣੀਆਂ ਜਿਹੜੀਆਂ ਦਵਾਈਆਂ ਤੋਂ ਛੁਟਕਾਰਾ ਪਾ ਲੂੰਗੇ, ਬਿਮਾਰੀ ਮੁਕਤ ਜੀਵਨ ਜੀ ਲੂੰਗੇ। ਔਰ ਜਿਹੜੀ ਇੱਕ ਮੁਹਿੰਮ ਦਾ ਹਰਬਲ ਅਰਥ ਵੱਲੋਂ ਡਾਕਟਰ ਆਜ਼ਾਦ ਜੀ ਵੱਲੋਂ, ਡਾਕਟਰ ਵਿਰਕ ਜੀ ਵੱਲੋਂ, ਡਾਕਟਰ ਖਾਦਰ ਵਲੀ ਜੀ ਵੱਲੋਂ, ਡਾਕਟਰ ਵਿਸ਼ਵਰੂਪ ਰਾਏ ਚੌਧਰੀ ਜੀ ਵੱਲੋਂ ਇਹ ਚੱਲ ਰਹੀ ਆ, ਆਪਾਂ ਉਹਨੂੰ ਜਿਹੜਾ ਉਸ ਮੁਹਿੰਮ ਨੂੰ ਜਿਹੜਾ ਪੋਜ਼ਿਟਿਵ ਬਣਾਉਣ ਦੇ ਵਿੱਚ ਸક્ષਮ ਹੋਵਾਂਗੇ ਤੁਹਾਡੇ ਸਾਰਿਆਂ ਦੀ ਹੈਲਪ ਦੇ ਨਾਲ। ਸੋ ਥੈਂਕ ਯੂ ਵੈਰੀ ਮਚ ਫॉर ਜੁਆਇਨ ਅਸ। ਆਪਾਂ ਨੈਕਸਟ ਇੱਕ ਬਹੁਤ ਵਧੀਆ ਹੋਰ ਟੌਪਿਕ ਲੈ ਕੇ ਆਵਾਂਗੇ ਇੱਦਾਂ ਹੀ ਜਿਹੜਾ ਕਿ ਤੁਹਾਨੂੰ ਜਿਹੜਾ ਬਹੁਤ ਈਜ਼ੀਲੀ ਸਮਝ ਵੀ ਆ ਜਾਵੇ ਔਰ ਤੁਸੀਂ ਉਹਨਾਂ ਨੂੰ ਕੋਸ਼ਿਸ਼ ਕਰ ਸਕਦੇ ਆ ਆਪਣੇ ਤੇ ਅਪਲਾਈ ਕਰਨ ਲਈ। ਸੋ ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ ਐਂਡ ਗੁੱਡ ਆਫਟਰਨੂਨ ਟੂ ਆਲ ਆਫ ਯੂ।